ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਤੀਸਰੇ ਪਾਤਸ਼ਾਹ ਅੰਮ੍ਰਿਤਸਰ ਦੇ ਨਜ਼ਦੀਕ ਇੱਕ ਸ਼ਹਿਰ ਹੈ ਛੇਹਰਟਾ ਸਾਹਿਬ। ਛੇਹਰਟਾ ਸਾਹਿਬ ਦੇ ਨਜ਼ਦੀਕ ਪਿੰਡ ਹੈ ਬਾਸਰਕੇ। ਬਾਸਰਕੇ ਪਿੰਡ ਦੇ ਵਿੱਚ 1479 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈਸਵੀ ਵਿੱਚ ਹੋਇਆ। ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ 1479 10 ਸਾਲ ਬਾਅਦ ਹੋਇਆ। ਸ਼੍ਰੀ ਤੇਜ ਭਾਣ ਜੀ ਭੱਲਾ ਖੱਤਰੀ ਸਨ, ਉਹਨਾਂ ਦੇ ਘਰ ਆਪ ਜੀ ਦਾ ਪ੍ਰਕਾਸ਼ ਹੋਇਆ। ਸੰਨ 1479 ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ, ਸ਼੍ਰੀ ਤੇਜ ਭਾਣ ਜੀ ਭੱਲਾ ਦੇ ਘਰ ਆਪ ਜੀ ਦਾ ਪ੍ਰਕਾਸ਼ ਹੋਇਆ। ਆਪ ਜੀ ਜੋ ਥੋੜ੍ਹੇ ਵੱਡੇ ਹੋਏ ਦੁਕਾਨਦਾਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਧਾਰਮਿਕ ਬਿਰਤੀਆਂ ਦੇ ਸਨ ਅਤੇ ਪਿੰਡਾਂ ਦੇ ਵਿੱਚ ਜਾ ਕੇ ਘੋੜੀ 'ਤੇ ਸਮਾਨ ਲੱਦ ਕੇ ਵੇਚਿਆ ਕਰਦੇ। ਕਿਉਂਕਿ ਧਾਰਮਿਕ ਹੋਣ ਕਰਕੇ ਕਈ ਹੁੰਦੇ ਉੱਤੋਂ ਧਾਰਮਿਕ ਹੁੰਦੇ, ਅੰਦਰੋਂ ਧਾਰਮਿਕ ਨਹੀਂ ਹੁੰਦੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਤੁਹਾਨੂੰ ਧਾਰਮਿਕ ਵਿਖਾਈ ਦੇ ਰਿਹਾ ਅੰਦਰੋਂ ਵੀ ਧਾਰਮਿਕ ਹੋਵੇ। ਉਹ ਤਾਂ ਬਹੁਤ ਘੱਟ ਨੇ, ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਬਹੁਤ ਘੱਟ ਲੋਕ ਹੁੰਦੇ ਧਾਰਮਿਕ ਬਿਰਤੀ ਦੇ ਸਨ। ਇਸ ਲਈ ਸੌਦਾ ਠੀਕ ਵੇਚਦੇ ਸਨ, ਕਿਸੇ ਵੀ ਗਾਹਕ ਨਾਲ ਕੋਈ ਹੇਰਾ ਫੇਰੀ ਨਹੀਂ ਸਨ ਕਰਦੇ। ਜੇ ਤੇ ਕਈ ਵਾਰ ਦੁਕਾਨਦਾਰ ਵੇਖਦਾ ਬੱਚਾ ਜਾਂ ਬੀਬੀ ਹੈ, ਵੱਧ ਘੱਟ ਪੈਸੇ ਲਾ ਲੈਂਦੇ। ਠੀਕ ਸੌਦਾ ਵੇਚਦੇ, ਠੀਕ ਰੇਟ ਦੇ ਸੌਦਾ ਵੇਚਦੇ ਸਨ, ਇਸ ਲਈ ਲੋਕ ਸਤਿਕਾਰ ਕਰਦੇ ਸਨ। ਧਾਰਮਿਕ ਹੋਣ ਕਰਕੇ ਆਪ ਜੀ ਹਰ ਸਾਲ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਹਨ। ਆਪਣੇ ਆਪਣੇ ਧਰਮ ਦੇ ਅਨੁਸਾਰ ਕਿਸੇ ਚੀਜ਼ ਦੀ ਮਹਾਨਤਾ ਹੁੰਦੀ ਹੈ। ਹਿੰਦੂ ਧਰਮ ਦੇ ਅਨੁਸਾਰ ਤੀਰਥ ਇਸ਼ਨਾਨ ਦੀ ਬਹੁਤ ਮਹਾਨਤਾ ਹੈ। ਉਹ ਕਹਿੰਦੇ ਵੀ ਹਿੰਦੁਸਤਾਨ 'ਚ 68 ਤੀਰਥ ਨੇ। ਜਿਹੜਾ ਵਿਅਕਤੀ ਆਪਣੀ ਸਾਰੀ ਉਮਰ ਵਿੱਚ 68 ਤੀਰਥਾਂ ਦਾ ਇਸ਼ਨਾਨ ਕਰ ਲੈ, ਕਹਿੰਦੇ ਉਹਦੀ ਮੁਕਤੀ ਹੋ ਜਾਂਦੀ ਹੈ। ਇਹ ਖਿਆਲ ਰੱਖ ਕੇ ਆਪ ਜੀ ਹਰ ਸਾਲ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸੀ, ਕਿਉਂਕਿ ਗੰਗਾ ਨੂੰ ਭਾਰਤ ਦੀ ਸਭ ਤੋਂ ਪਵਿੱਤਰ ਜਿਹੜੀ ਨਦੀ ਮੰਨੀ ਗਈ ਹੈ। ਨਾਲ ਨਾਲ ਆਪ ਜੀ ਦੁਕਾਨਦਾਰੀ ਕਰਦੇ ਸਨ। ਆਪ ਜੀ ਦੀ ਉਮਰ ਜਦੋਂ 23 ਸਾਲ ਹੋਈ, ਇਹਨਾਂ ਦੀ ਸ਼ਾਦੀ ਹੋ ਗਈ। ਸਮਾਂ ਪਾ ਕੇ 2 ਸਪੁੱਤਰੀਆਂ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਹੋਈਆਂ। 2 ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਹੋਏ। ਇਸ ਤਰ੍ਹਾਂ ਹਰ ਸਾਲ ਗੰਗਾ ਜਾਂਦਿਆਂ 20 ਸਾਲ ਬੀਤ ਗਏ। ਜਦੋਂ 20ਵੀਂ ਵਾਰ ਆਪ ਜੀ 61 ਸਾਲ ਦੀ ਉਮਰ 'ਚ, ਉਦੋਂ ਆਪ ਜੀ ਦੀ ਉਮਰ ਹੋ ਗਈ ਸੀ 61 ਸਾਲ। 20ਵੀਂ ਵਾਰ ਜਦੋਂ ਗੰਗਾ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ, ਅੰਬਾਲੇ ਦੇ ਨਜ਼ਦੀਕ ਇੱਕ ਪਿੰਡ ਹੈ ਮੇਹੜਾ, ਉਹਨੂੰ ਪੁਲਾਣਾ ਪਿੰਡ ਵੀ ਕਹਿੰਦੇ ਨੇ। ਉੱਥੇ ਧਰਮਸ਼ਾਲਾ ਬਣੀ ਹੋਈ ਸੀ ਵੀ ਯਾਤਰੀ ਜਿਹੜੇ ਨੇ ਆਰਾਮ ਦਿਨੇ ਰਾਤ ਨੂੰ ਆਰਾਮ ਕਰ ਸਕਣ। ਇੱਥੇ ਬਾਬਾ ਅਮਰਦਾਸ ਜੀ ਵੀ 61 ਸਾਲ ਦੀ ਉਮਰ 'ਚ 20ਵੀਂ ਵਾਰ ਇਸ਼ਨਾਨ ਕਰਕੇ ਵਾਪਸ ਆ ਰਹੇ ਨੇ। ਪੁਲਾਣੇ ਪਿੰਡ 'ਚ ਆ ਕੇ ਦੁਪਹਿਰ ਹੋ ਗਈ ਹੈ। ਉਹਨੇ ਕਿਹਾ ਵੀ ਇੱਥੇ ਆਰਾਮ ਕਰ ਲਈਏ। ਰੋਟੀ ਪਾਣੀ ਖਾ ਕੇ ਆਪ ਜੀ ਲੇਟ ਗਏ। ਆਪ ਜੀ ਨੂੰ ਨੀਂਦ ਆ ਗਈ ਹੈ। ਇੰਨੇ ਚਿਰ ਨੂੰ ਜਿਹੜਾ ਧਰਮਸ਼ਾਲਾ ਦਾ ਮਾਲਕ ਸੀ ਪੰਡਿਤ ਦੁਰਗਾ ਦੱਤ, ਉਹ ਅੰਦਰੋਂ ਬਾਹਰ ਨਿਕਲਿਆ ਹੈ। ਕੀ ਵੇਖਿਆ ਕਿ ਜਿਹੜੇ ਬਜ਼ੁਰਗ ਪਏ ਨੇ, ਇਹਨਾਂ ਦੇ ਪੈਰ 'ਚ ਪਦਮ ਹੈ। ਇੱਕ ਉਹਦਾ ਪਦਮ, ਇੱਕ ਉਹਦੀ ਪਦਮ ਰੇਖਾ।
ਜਿਹਦੇ ਪੈਰ 'ਚ ਪਦਮ ਹੋਵੇ ਉਹ ਤਾਂ ਬਹੁਤ ਹੀ ਕਿਸਮਤ ਵਾਲਾ ਮੰਨਿਆ ਗਿਆ ਹੈ। ਪਦਮ ਰੇਖਾ ਨੂੰ ਦੂਜੇ ਨੰਬਰ 'ਤੇ ਸਮਝਿਆ ਗਿਆ ਹੈ। ਪੈਰ 'ਚ ਪਦਮ ਵੇਖਿਆ, ਉਹਨੇ ਸੋਚਿਆ ਵੀ ਪਦਮ 'ਤੇ ਜਾਂ ਤਾਂ ਚੱਕਰਵਰਤੀ ਜਿਹੜਾ ਰਾਜਾ ਹੁੰਦਾ ਹੈ, ਬਹੁਤ ਵੱਡਾ ਰਾਜਾ, ਉਹਦੇ ਪੈਰ 'ਚ ਹੁੰਦਾ, ਜਾਂ ਬਹੁਤ ਵੱਡਾ ਕੋਈ ਮਹਾਤਮਾ ਹੋਵੇ ਉਹਦੇ ਪੈਰ 'ਚ ਹੁੰਦਾ ਹੈ। ਪਹਿਰਾਵਾ ਵੇਖ ਕੇ ਉਹ ਸਮਝਿਆ ਵੀ ਨਹੀਂ, ਇਹ ਰਾਜੇ ਤੇ ਨਹੀਂ ਹੈਗੇ, ਇਹ ਕੋਈ ਬਹੁਤ ਵੱਡੇ ਮਹਾਤਮਾ ਹਨ। ਇਸ ਲਈ ਪੰਡਿਤ ਦੁਰਗਾ ਦੱਤ ਨੇ ਆਪ ਦੇ ਚਰਨਾਂ 'ਤੇ ਮੱਥਾ ਟੇਕਿਆ। ਜਿਉਂ ਹੀ ਚਰਨਾਂ ਨੂੰ ਛੂਹੇ ਆਪ ਜੀ ਜਾਗ ਪਏ ਅਤੇ ਕਹਿੰਦੇ, ਪੰਡਿਤ ਜੀ, ਮੱਥਾ ਤੇ ਮੈਂ ਤੁਹਾਨੂੰ ਟੇਕਣਾ ਸੀ, ਤੁਸੀਂ ਮੈਨੂੰ ਟੇਕ ਰਹੇ ਹੋ। ਪੰਡਿਤ ਜੀ ਕਹਿੰਦੇ ਵੀ ਬਜ਼ੁਰਗੋ, ਤੁਹਾਡੇ ਪੈਰ 'ਚ ਹੈਗਾ ਪਦਮ। ਸਾਡੇ ਸ਼ਾਸਤਰਾਂ ਅਨੁਸਾਰ ਜਿਹਦੇ ਪੈਰ 'ਚ ਪਦਮ ਹੋਵੇ ਉਹ ਜਾਂ ਤਾਂ ਬਹੁਤ ਵੱਡਾ ਰਾਜਾ ਹੁੰਦਾ ਹੈ ਜਾਂ ਬਹੁਤ ਵੱਡਾ ਮਹਾਤਮਾ ਹੁੰਦਾ ਹੈ। ਪਰ ਤੁਹਾਡੇ ਕੱਪੜੇ ਜਿਹੜੇ ਰਾਜਿਆਂ ਵਾਲੇ ਨਹੀਂ ਸਨ, ਮੈਂ ਸੋਚਿਆ ਵੀ ਤੁਸੀਂ ਬਹੁਤ ਵੱਡੇ ਮਹਾਤਮਾ ਹੋ, ਅਤੇ ਮਹਾਤਮਾ ਦਾ ਸਤਿਕਾਰ ਤੇ ਫਿਰ ਉਹਦੇ ਚਰਨਾਂ 'ਤੇ ਮੱਥਾ ਟੇਕ ਕੇ ਹੁੰਦਾ ਨਾ, ਮੈਂ ਤਾਂ ਟੇਕਿਆ। ਬਾਬਾ ਅਮਰਦਾਸ ਜੀ ਕਹਿੰਦੇ, ਭਰਾਵਾ, ਨਾ ਮੈਂ ਰਾਜਾ ਅਤੇ ਨਾ ਮੈਂ ਮਹਾਤਮਾ। ਉਹ ਕਹਿੰਦੇ, ਤੁਸੀਂ ਸੱਚ ਬੋਲਦੇ? ਹਾਂ। ਕਹਿੰਦੇ, ਭਾਈ ਅਸੀਂ ਤੈਨੂੰ ਸੱਚ ਕਹਿੰਦੇ ਹਾਂ। ਕਈ ਬੰਦੇ ਨੂੰ ਆਪਣੀ ਵਿੱਦਿਆ 'ਤੇ ਮਾਣ ਹੁੰਦਾ ਹੈ। ਪੰਡਿਤ ਜੀ ਕਹਿੰਦੇ, ਇਹ ਕਿਵੇਂ ਹੋ ਸਕਦਾ? ਪੈਰ 'ਚ ਪਦਮ ਹੈ ਤੁਹਾਡੇ ਅਤੇ ਤੁਸੀਂ ਕਹਿੰਦੇ ਮੈਂ ਨਾ ਰਾਜਾ ਨਾ ਮਹਾਤਮਾ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਗੱਲਾਂ ਬਾਤਾਂ ਦੇ ਵਿੱਚ ਪੰਡਿਤ ਦੁਰਗਾ ਦੱਤ ਨੂੰ ਪਤਾ ਲੱਗਾ ਵੀ ਇਹ ਤਾਂ ਨਿਗੋਰੇ ਹਨ। ਕਹਿੰਦੇ, ਦੇਖੋ ਬਜ਼ੁਰਗੋ, ਤੁਹਾਡੇ ਭਾਗਾਂ 'ਚ ਬਹੁਤ ਵੱਡਾ ਸਾਧੂ ਬਣਨਾ ਲਿਖਿਆ ਹੋਇਆ ਹੈ। ਦੁਨੀਆ ਤੁਹਾਨੂੰ ਪੂਜੇਗੀ, ਤੁਹਾਡੇ ਸਿਰ 'ਤੇ ਛਤਰ ਝੁੱਲਣਗੇ, ਤੁਹਾਡੇ ਸਿਰ 'ਤੇ ਚੌਰ ਝੁੱਲਣਗੇ, ਰਾਜੇ ਮਹਾਰਾਜੇ ਵੀ ਤੁਹਾਨੂੰ ਮਿਲਣ ਆਉਣਗੇ। ਤੁਸੀਂ ਨਾ ਗੁਰੂ ਧਾਰਨ ਕਰ ਲਓ, ਜਿਹੜਾ ਤੁਹਾਡੇ ਭਾਗਾਂ 'ਚ ਲਿਖਿਆ ਨਾ, ਫਿਰ ਭਾਗ ਖੁੱਲ੍ਹ ਜਾਣਗੇ। ਇਹਦਾ ਮਤਲਬ ਕਈ ਵਾਰੀ ਸਾਡੇ ਭਾਗਾਂ 'ਚ ਕੁਛ ਲਿਖਿਆ ਹੁੰਦਾ ਹੈ, ਪਰ ਉਹ ਭਾਗ ਖੁੱਲ੍ਹੇ ਨਾ ਹੋਣ ਕਾਰਨ ਉਹ ਚੀਜ਼ ਪ੍ਰਾਪਤ ਨਹੀਂ ਹੁੰਦੀ। ਮਨ 'ਤੇ ਬੜਾ ਅਸਰ ਹੋਇਆ ਹੈ ਕਿ ਮੈਂ ਤਾਂ ਆਪ ਗੁਰੂ ਦੀ ਭਾਲ ਕਰਦਾ ਸੀ, ਅਤੇ ਅੱਗੋਂ ਇਹ ਕਹਿੰਦੇ ਨੇ ਵੀ ਤੁਸੀਂ ਨਿਗੋਰੇ ਹੋ, ਇਸ ਕਰਕੇ ਤੁਹਾਡੀ ਕਿਸਮਤ ਨਹੀਂ ਚਮਕ ਰਹੀ, ਤੁਹਾਡੇ ਭਾਗ ਨਹੀਂ ਖੁੱਲ੍ਹ ਰਹੇ। ਬਾਣੀ ਕਹਿੰਦੇ, ਭਾਗ ਉਦਮ ਲੱਭਦੇ ਮਾਇਆ। ਜਦੋਂ ਭਾਗ ਜਾਗਦੇ ਨੇ, ਮਾਇਆ ਵੀ ਤਾਂ ਹੀ ਮਿਲਦੀ ਹੈ। ਕਈ ਵਾਰੀ ਭਾਗਾਂ 'ਚ ਅਮੀਰ ਹੋਣਾ ਲਿਖਿਆ ਹੁੰਦਾ ਹੈ, ਪਰ ਕਿਸੇ ਕਾਰਨ ਭਾਗ ਖੁੱਲ੍ਹ ਨਹੀਂ ਰਹੇ ਅਤੇ ਉਹ ਗਰੀਬ ਦਾ ਗਰੀਬ ਹੀ ਰਹਿ ਜਾਂਦਾ ਹੈ। ਚੱਲ ਪਏ ਨੇ, ਮਨ 'ਚ ਸੋਚੀ ਜਾਂਦੇ ਨੇ। ਰਸਤੇ ਦੇ ਵਿੱਚ ਇੱਕ ਹੋਰ ਮਹਾਤਮਾ ਟੱਕਰ ਪਿਆ, ਤਪੱਸਵੀ। ਉਹ ਮਿਲ ਪਿਆ। ਦੋਨੋਂ ਧਾਰਮਿਕ ਬੰਦੇ ਨੇ। ਧਾਰਮਿਕ ਬੰਦਿਆਂ ਨੇ ਧਾਰਮਿਕ ਗੱਲਾਂ ਕਰਨੀਆਂ ਹੁੰਦੀਆਂ, ਸੰਸਾਰੀਆਂ ਨੇ ਸੰਸਾਰੀ ਕਰਨੀਆਂ ਹੁੰਦੀਆਂ। ਕੋਈ ਧਾਰਮਿਕ ਬੰਦੇ ਕੋਲ ਜੇ ਸੰਸਾਰੀ ਬੰਦਾ ਜ਼ਿਆਦਾ ਸਮਾਂ ਗੱਲਾਂ ਕਰੇ ਨਾ, ਉਹਨੂੰ ਉਠਾਉਣ ਦਾ ਇੱਕੋ ਹੀ ਢੰਗ ਹੈ। ਉਹਦੇ ਨਾਲ ਰੱਬ ਦੀਆਂ ਗੱਲਾਂ, ਬਾਣੀ ਦੀਆਂ ਗੱਲਾਂ, ਨਾਮ ਦੀਆਂ ਗੱਲਾਂ ਸ਼ੁਰੂ ਕਰ ਦਿਓ। ਉਹਨੂੰ ਚੰਗੀ ਨਹੀਂ ਲੱਗਦੀ, ਆਪੇ ਉੱਠ ਕੇ ਤੁਰ ਜਾਏਗਾ। ਉਹਨੂੰ ਕਹਿਣ ਦੀ ਲੋੜ ਨਹੀਂ, ਚਲਾ ਜਾ ਨਾ, ਉਹਨੂੰ ਚੰਗੀ ਲੱਗਣੀ। ਧਾਰਮਿਕ ਗੱਲਾਂ ਬਾਤਾਂ ਕਰਦੇ ਜਾ ਰਹੇ ਹਨ। ਰਾਹ ਦੇ ਵਿੱਚ ਬਾਸਰ ਕੇ ਪਿੰਡ ਆ ਗਿਆ ਹੈ। ਬਾਬਾ ਅਮਰਦਾਸ ਜੀ ਕਹਿੰਦੇ, ਮਹਾਤਮਾ ਜੀ, ਅੱਜ ਸਾਡੇ ਤੁਸੀਂ ਠਹਿਰੋ। ਚਲੋ ਨੇ ਕਿਹਾ, ਧਾਰਮਿਕ ਬੰਦਾ ਰਹਿ ਜਾਂਦੇ ਹਾਂ, ਅਗਲੇ ਦਿਨ ਫਿਰ ਸਵੇਰੇ ਚਲੇ ਜਾਣਗੇ। ਸਵੇਰੇ ਨਹਾ ਧੋ ਕੇ ਜੇ ਰੋਟੀ ਖਾ ਲਈ ਸਾਧੂ ਨੇ, ਉਹ ਸਹਿ ਸਵਾਈ ਕਹਿੰਦਾ ਵੀ ਬਜ਼ੁਰਗੋ, ਤੁਹਾਡਾ ਗੁਰੂ ਕੌਣ ਹੈ? ਉਹ ਕਹਿੰਦੇ, ਅਜੇ ਤਾਂ ਮੈਂ ਨਿਗੋਰਾ ਪਾਈ, ਮੈਂ ਗੁਰੂ ਧਾਰਨ ਹੀ ਨਹੀਂ ਕੀਤਾ। ਉਹਨੇ ਧਰਤੀ 'ਤੇ ਪੈਰ ਮਾਰਿਆ, ਕਹਿੰਦਾ ਓਹੋ, ਕਹਿੰਦਾ ਮੈਨੂੰ ਨਿਗੋਰੇ ਦੀ ਸੰਗਤ ਪ੍ਰਾਪਤ ਹੋ ਗਈ, ਨਿਗੋਰੇ ਦੇ ਘਰ ਦਾ ਮੈਂ ਖਾ ਲਿਆ ਹੈ, ਮੇਰੇ ਤਾਂ ਸਾਰਾ ਤੀਰਥ ਇਸ਼ਨਾਨ ਕੀਤਾ ਨਿਸਫਲ ਹੋ ਗਿਆ ਹੈ। ਉਹ ਨਾਰਾਜ਼ ਹੋ ਕੇ ਉੱਥੋਂ ਚਲਿਆ ਗਿਆ।
ਇੱਕੋ ਦਿਨ 'ਚ 2 ਘਟਨਾਵਾਂ ਵਾਪਰ ਗਈਆਂ, ਅੰਦਰ ਹਿਲਜੁਲ ਪੈਦਾ ਹੋ ਗਈ ਵੀ ਗੁਰੂ ਕਿਹਨੂੰ ਧਾਰਨ ਕੀਤਾ ਜਾਵੇ, ਪਤਾ ਨਹੀਂ ਲੱਗ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦਾ ਲੜਕਾ ਭਤੀਜਾ, ਉਹਦੇ ਵੱਲ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਦੀ ਸ਼ਾਦੀ ਹੋਈ ਸੀ। ਦੇਖੋ, ਗੁਰੂ ਅੰਗਦ ਦੇਵ ਮਹਾਰਾਜ ਤੇ ਬਾਬਾ ਅਮਰਦਾਸ ਜੀ ਮਹਾਰਾਜ ਫਿਰ ਕੁੜਮ ਹੋਏ ਨਾ, ਤੇ ਕੁੜਮ ਨੂੰ ਨਹੀਂ ਪਤਾ ਕਿ ਮੇਰਾ ਜਿਹੜਾ ਕੁੜਮ ਤੇ ਗੁਰੂ ਹੈ। ਦੇਖੋ, ਹੈਰਾਨੀ ਦੀ ਗੱਲ ਹੈ। ਕੰਧ ਸਾਂਝੀ ਸੀ ਤਾਏ ਤੇ ਭਤੀਜੇ ਦੀ। ਸਵੇਰੇ ਬੀਬੀ ਅਮਰੋ ਜੀ, ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ, ਉਹ ਸਵੇਰੇ ਨਹਾ ਧੋ ਕੇ ਦੁੱਧ ਰਿੜਕ ਰਹੀ ਹੈ, ਨਾਲ ਗੁਰੂ ਨਾਨਕ ਦੇਵ ਦੀ ਬਾਣੀ ਗਾ ਰਹੀ ਹੈ। ਆਪ ਜੀ ਵੀ ਉੱਠੇ ਬਾਹਰ ਜੰਗਲ ਪਾਣੀ ਜਾਣ ਲਈ। ਬਾਬਾ ਅਮਰਦਾਸ ਜੀ ਬੜੀ ਪਿਆਰੀ ਆਵਾਜ਼ ਦੇ ਵਿੱਚ ਬਾਣੀ ਸੁਣ ਰਹੇ ਨੇ, ਕਿਉਂਕਿ ਬਾਣੀ ਉਸ ਸਮੇਂ ਹੀ ਲਿਖੀ ਗਈ ਸੀ, ਇਸ ਲਈ ਸਮਝ ਆ ਰਹੀ ਸੀ। ਬੜਾ ਹੀ ਚੰਗਾ ਲੱਗਾ। ਜੋ ਦਿਨ ਚੜ੍ਹਿਆ, ਆਪ ਜੀ ਉਹਨਾਂ ਦੇ ਬੀਬੀ ਅਮਰ ਦੇ ਘਰ ਚਲੇ ਗਏ। ਚਲੋ, ਉਹਨੇ ਸਾਰਾ ਪਤਿਆਰਾ ਸਮਝ ਕੇ ਆਦਰ ਮਾਣ ਕੀਤਾ। ਕਹਿੰਦੇ ਆਓ ਜੀ ਬੈਠੋ, ਕਿਵੇਂ ਆਏ ਹੋ? ਕਹਿੰਦੇ ਮੈਂ ਤੁਹਾਡੇ ਤੋਂ ਸਵੇਰੇ ਬਾਣੀ ਸੁਣੀ ਸੀ। ਉਹ ਕਿਹਦੀ ਬਾਣੀ ਸੀ? ਬੀਬੀ ਅਮਰੋ ਜੀ ਕਹਿੰਦੇ ਉਹ ਗੁਰੂ ਨਾਨਕ ਦੇਵ ਦੀ ਬਾਣੀ ਸੀ। ਕਹਿੰਦੇ ਮੈਂ ਗੁਰੂ ਨਾਨਕ ਦੇਵ ਨੂੰ ਮਿਲਣਾ ਚਾਹੁੰਦਾ। ਉਹ ਕਹਿੰਦੇ ਜੀ ਉਹ ਤਾਂ ਜੋਤੀ ਜੋਤ ਸਮਾ ਗਏ ਨੇ, ਉਹਨਾਂ ਦੀ ਥਾਂ 'ਤੇ ਮੇਰੇ ਪਿਤਾ ਜੀ ਨੇ ਗੁਰਗੱਦੀ 'ਤੇ ਬੈਠੇ ਖਡੂਰ ਸਾਹਿਬ। ਕਹਿੰਦੇ ਵੀ ਮੈਨੂੰ ਉਹਨਾਂ ਕੋਲ ਲੈ ਕੇ ਚਲੋ। ਬੀਬੀ ਅਮਰੋ ਜੀ ਕਹਿੰਦੇ ਵੀ ਮੇਰੇ ਪਿਤਾ ਦਾ ਅਸੂਲ ਹੈ ਕਿ ਜਿੰਨਾ ਚਿਰ ਉਹ ਨਾ ਬੁਲਾਉਣ ਮੈਂ ਪੇਕੇ ਨਹੀਂ ਜਾ ਸਕਦੀ। ਅਤੇ ਅਜੇ ਕੁਝ ਦਿਨ ਹੋਏ ਨੇ ਮੈਂ ਪੇਕੋਂ ਆਇਆ ਅਤੇ ਉਹ ਤਾਂ ਨਾਰਾਜ਼ ਹੋ ਗਏ, ਤੂੰ ਹੁਣੇ ਹੀ ਗਏ ਸੀ ਅਤੇ ਐਡੀ ਛੇਤੀ ਆ ਗਈ। ਬਾਬਾ ਅਮਰਦਾਸ ਜੀ ਕਹਿੰਦੇ ਕੋਈ ਨਹੀਂ ਬੇਟਾ, ਮੈਂ ਉਹਨਾਂ ਤੋਂ ਮਾਫੀ ਮੰਗ ਲਾਂਗਾ, ਪਰ ਮੈਂ ਅੱਜ ਹੀ ਉਹਨਾਂ ਨੂੰ ਮਿਲਣਾ। ਉਦੋਂ ਜਿਹੜਾ ਹੈ ਡੋਲੀ ਹੁੰਦੀ ਸੀ, ਜਿਹਦੇ 'ਚ ਬਿਠਾ ਕੇ ਲਿਜਾਇਆ ਕਰਦੇ ਸਨ। 4 ਬੰਦੇ ਤਿਆਰ ਕੀਤੇ, ਉਹਨੇ ਕਹਿੰਦੇ ਕਹਾਰ। ਉਹ ਡੋਲੀ 'ਚ ਬੀਬੀ ਅਮਰੋ ਜੀ ਨੂੰ ਬਿਠਾਇਆ, ਕਹਾਰ ਚੱਕ ਕੇ ਜਾ ਰਹੇ, ਨਾਲ ਬਾਬਾ ਅਮਰਦਾਸ ਜੀ ਜਾ ਰਹੇ। ਖਡੂਰ ਸਾਹਿਬ ਆ ਗਏ। ਘਰ ਦੇ ਕੋਲ ਜਦੋਂ ਆ ਗਏ, ਡੋਲੀ 'ਚ ਉਤਰੀ ਬੀਬੀ ਅਮਰੋ। ਉਹ ਕਹਿੰਦੇ ਵੀ ਤੁਸੀਂ ਇੱਥੇ ਠਹਿਰੋ, ਮੈਂ ਆਪਣੇ ਪਿਤਾ ਜੀ ਤੋਂ ਪਹਿਲਾਂ ਆਗਿਆ ਲੈ ਲਾਂ। ਅੰਦਰ ਗਏ। ਗੁਰੂ ਅੰਗਦ ਦੇਵ ਜੀ ਕਹਿੰਦੇ ਬੇਟਾ ਤੂੰ ਜਿਹਨੂੰ ਬਾਹਰ ਛੱਡ ਕੇ ਆਈ ਉਹਨੂੰ ਲੈ ਕੇ ਨਹੀਂ ਨਾਲ ਆਈ? ਕਹਿੰਦੇ ਜੀ ਮੈਂ ਤੁਹਾਡੀ ਪਹਿਲਾਂ ਆਗਿਆ ਲੈਣੀ ਸੀ, ਇਸ ਲਈ। ਕਹਿੰਦੇ ਲਿਆਓ ਉਹਨੂੰ। ਚਲੋ ਆ ਗਏ। ਹੁਣ ਦੋਨੋਂ ਕੁੜਮ ਮਿਲ ਰਹੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਪੁਰਾਤਨ ਜ਼ਮਾਨੇ ਤੋਂ ਅੱਜ ਤੱਕ ਵੀ ਮੁੰਡੇ ਵਾਲਿਆਂ ਨੂੰ ਵੱਡਾ ਗਿਣਦੇ ਕੁੜੀ ਵਾਲਿਆਂ ਨਾਲੋਂ। ਗੁਰੂ ਅੰਗਦ ਦੇਵ ਮਹਾਰਾਜ ਭਾਵੇਂ ਉਮਰ 'ਚ ਛੋਟੇ ਸਨ, ਬਾਬਾ ਅਮਰਦਾਸ ਜੀ ਉਮਰ 'ਚ ਵੱਡੇ ਸਨ, ਵੈਸੇ ਵੀ ਮੁੰਡੇ ਵਾਲੇ ਸਨ। ਇਸ ਲਈ ਸਤਿਕਾਰ ਵਜੋਂ ਗੁਰੂ ਅੰਗਦ ਦੇਵ ਮਹਾਰਾਜ ਉੱਠੇ, ਜੱਫੀ ਪਾਉਣ ਲੱਗੇ ਉਹਨਾਂ ਨੂੰ, ਅਤੇ ਬਾਬਾ ਅਮਰਦਾਸ ਜੀ ਚਰਨਾਂ 'ਤੇ ਢਹਿ ਪਏ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਨਹੀਂ, ਤੁਸੀਂ ਵੱਡੇ ਹੋ, ਵੱਡੇ ਥਾਂ 'ਤੇ ਹੋ, ਤੁਸੀਂ ਸਾਨੂੰ ਮੱਥਾ ਨਾ ਟੇਕੋ। ਬਾਬਾ ਅਮਰਦਾਸ ਜੀ ਕਹਿੰਦੇ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਤਾਂ ਤੁਹਾਨੂੰ ਗੁਰੂ ਧਾਰਨ ਕਰਨ ਆਇਆ। ਚਲੋ, ਗੁਰੂ ਨੇ ਪਿਆਰ ਸਤਿਕਾਰ ਕੀਤਾ, ਨਾਮ ਦੀ ਦਾਤ ਦਿੱਤੀ। ਫਿਰ ਬਾਬਾ ਅਮਰਦਾਸ ਜੀ ਕਹਿੰਦੇ ਵੀ ਮੈਨੂੰ 1-2 ਦਿਨ ਦੀ ਛੁੱਟੀ ਦੇ ਦਿਓ ਜੀ, ਮੈਂ ਆਪਣੇ ਪੁੱਤਰਾਂ ਨੂੰ ਕੰਮ ਸਮਝਾਵਾਂ, ਫਿਰ ਮੈਂ ਇੱਥੇ ਹੀ ਆਉਣਾ ਤੁਹਾਡੇ ਕੋਲ। ਕਹਿੰਦੇ ਕੋਈ ਨਹੀਂ, ਜਾਇਓ।
ਵਾਪਸ ਬੀਬੀ ਅੰਬਾ ਜੀ ਨੇ ਲੈ ਕੇ ਵਾਪਸ ਚਲੇ ਗਏ ਨੇ। ਆਪਣੇ ਪੁੱਤਰਾਂ ਨੂੰ ਸਮਝਾ ਕੇ ਕੰਮ ਤੇ ਫਿਰ ਵਾਪਸ ਆ ਗਏ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਕੋਲ। ਇੱਥੇ ਉਹਨਾਂ ਨੇ ਸੇਵਾ ਲਈ ਹੋਈ ਹੈ। ਖਡੂਰ ਸਾਹਿਬ ਤੋਂ ਰੋਜ਼ ਗੋਇੰਦਵਾਲ ਜਾਂਦੇ ਨੇ, ਗਾਗਰ ਲੈ ਕੇ, ਕੋਈ 6 ਕੁ ਮੀਲ ਦੂਰ ਹੈ ਬਿਆਸਾ ਦਰਿਆ, ਉੱਥੋਂ ਪਾਣੀ ਦੀ ਗਾਗਰ ਭਰ ਕੇ ਅੰਮ੍ਰਿਤ ਵੇਲੇ ਲੈ ਕੇ ਆਉਂਦੇ ਨੇ ਅਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਨੇ। ਹੁਣ ਤੁਸੀਂ ਕਹੋਗੇ ਬਈ ਕਿ ਜਿਹੜੀ ਖੂਹੀ ਲੱਗੀ ਸੀ ਖਡੂਰ ਸਾਹਿਬ ਗੁਰੂ ਮਹਾਰਾਜ ਦੇ ਘਰ, ਕਿ ਉੱਥੋਂ ਪਾਣੀ ਕੱਢ ਕੇ ਇਸ਼ਨਾਨ ਨਹੀਂ ਸੀ ਕਰਾਇਆ ਜਾ ਸਕਦਾ? ਗੱਲ ਇਹ ਨਹੀਂ, ਗੱਲ ਸ਼ਰਧਾ ਦੀ ਹੈ ਵੀ ਮੈਂ ਤਾਂ ਜੀ ਬਿਆਸਾ ਦਰਿਆ ਤੋਂ ਪਾਣੀ ਲਿਆ ਕੇ ਤੁਹਾਨੂੰ ਇਸ਼ਨਾਨ ਕਰਾਇਆ ਕਰਨਾ ਹੈ। ਕਿਉਂ? ਉਹ ਸੰਸਕਾਰ ਬਣੇ ਹੋਏ ਸਨ ਵੀ ਦਰਿਆ ਦਾ ਪਾਣੀ ਜਿਹੜਾ ਜ਼ਿਆਦਾ ਪਵਿੱਤਰ ਹੁੰਦਾ ਹੈ। ਜਿੰਨੇ ਇਸੇ ਤੀਰਥ ਇਸ਼ਨਾਨ ਨੇ ਸਾਰੇ ਦਰਿਆਵਾਂ ਦੇ ਕੰਢੇ 'ਤੇ ਜਾ ਕੇ ਕਰਦੇ ਨੇ। ਖੈਰ 12 ਸਾਲ ਸੇਵਾ ਕਰਦੇ। ਇਹਦੇ ਦੌਰਾਨ ਗੋਂਦਾ ਖੱਤਰੀ ਜਿਹੜਾ ਕਿ ਗੋਇੰਦਵਾਲ ਦਾ ਰਹਿਣ ਵਾਲਾ ਸੀ, ਉਹ ਆਇਆ, ਕਹਿੰਦਾ ਜੀ ਮੈਂ ਜੇ ਇੱਥੇ ਕੋਈ ਮਕਾਨ ਬਣਾਉਣਾ ਆਪਣੀ ਜ਼ਮੀਨ ਦੇ ਵਿੱਚ, ਇਹ ਭੂਤ ਆ ਕੇ ਢਾਹ ਜਾਂਦੇ ਨੇ, ਮੇਰੀ ਜ਼ਮੀਨ 'ਚ ਕੋਈ ਘਰ ਨਹੀਂ ਬਣਨ ਦਿੰਦੇ। ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਆਪਣੀ ਖੂੰਡੀ ਦਿੱਤੀ, ਕਹਿੰਦੇ ਆਹ ਲੈ ਜਾਓ, ਜਿੰਨੇ ਥਾਂ 'ਚ ਤੁਸੀਂ ਨਗਰ ਵਸਾਉਣਾ ਇਹ ਖੂੰਡੀ ਫੇਰ ਦਿਓ, ਉਸ ਥਾਂ 'ਤੇ ਕੋਈ ਭੂਤ ਪ੍ਰੇਤ ਨਹੀਂ ਆ ਸਕਦਾ, ਅਤੇ ਨਗਰ ਵਸਾਉਣਾ ਸ਼ੁਰੂ ਕਰ ਦਿਓ। ਗੁਰੂ ਅੰਗਦ ਦੇਵ ਮਹਾਰਾਜ ਦੇ ਹੁਕਮ ਨਾਲ ਬਾਬਾ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ। ਆਪਣੇ ਰਿਸ਼ਤੇਦਾਰ ਹੋਰ ਜਿੰਨੇ ਜਾਣੂ ਸਨ ਸਾਰੇ ਉੱਥੇ ਲੈ ਕੇ ਵਸਾਉਣੇ ਸ਼ੁਰੂ ਕਰ ਦਿੱਤੇ। ਸਭ ਪ੍ਰਕਾਰ ਦੇ ਕਾਰੀਗਰ ਲਿਆਂਦੇ ਤਾਂ ਜੋ ਇੱਕੋ ਪਿੰਡ ਦੇ ਵਿੱਚ ਹੀ ਸਾਰੇ ਦਾ ਕੰਮ ਸਰ ਜਾਏ। ਇਸ ਤਰ੍ਹਾਂ 12 ਸਾਲ ਬੀਤ ਗਏ ਸੇਵਾ ਸਿਮਰਨ ਕਰਦੇ। ਕਿਉਂ? ਪਾਣੀ ਲਿਆ ਕੇ ਅੰਮ੍ਰਿਤ ਵੇਲੇ ਫਿਰ ਇਸ਼ਨਾਨ ਕਰਾਉਂਦੇ ਸਨ, ਉਸ ਤੋਂ ਬਾਅਦ ਫਿਰ ਲੰਗਰ ਦੇ ਵਿੱਚ ਸੇਵਾ ਕਰਦੇ ਸਨ, ਆਏ ਗਏ ਦੀ ਸੇਵਾ ਕਰਦੇ ਸਨ, ਝਾੜੂ ਫੇਰਦੇ ਸਨ, ਜੂਠੇ ਭਾਂਡੇ ਮਾਂਜਦੇ ਸਨ। ਇਸ ਤਰ੍ਹਾਂ ਕਰਦਿਆਂ ਕਰਦਿਆਂ 12 ਸਾਲ ਬੀਤ ਗਏ। ਜਿਸ ਦਿਨ ਅੰਮ੍ਰਿਤ ਵੇਲੇ ਗਾਗਰ ਪਾਣੀ ਦੀ ਲੈ ਕੇ ਆ ਰਹੇ ਨੇ, ਉਧਰ ਬੱਦਲ ਬਹੁਤ ਚੜ੍ਹ ਗਿਆ, ਬਿਜਲੀ ਚਮਕਦੀ ਹੈ, ਹਵਾ ਜ਼ਿਆਦਾ ਹੋ ਗਈ ਤੇਜ਼। ਹਵਾ ਸੀ ਪਿਛਲੇ ਪਾਸਿਓਂ, ਹਵਾ ਹੁਣ ਮਗਰੋਂ ਧੱਕਾ ਮਾਰ ਰਹੀ ਹੈ। ਬੱਦਲਵਾਈ ਹੋਣ ਕਰਕੇ ਕੁੱਪ ਹਨੇਰਾ ਹੈ। ਜਦੋਂ ਹਵਾ ਦਾ ਮਗਰੋਂ ਤੇਜ਼ ਬੁੱਲਾ ਵੱਜਿਆ ਨਾ, ਆਪ ਜੀ ਰਸਤੇ ਤੋਂ ਇੱਕ ਪਾਸੇ ਹੋ ਗਏ ਤਾਂ ਹਵਾ ਦੇ ਧੱਕੇ ਨਾਲ ਅੱਗੇ ਕਿਤੇ ਜਿਹੜਾ ਹੈ ਜੁਲਾਇਆਂ ਦੀ ਖੱਡੀ ਸੀ, ਉਹ ਕਿੱਲਾ ਕੱਢਿਆ ਹੋਇਆ ਸੀ। ਆਪ ਜੀ ਦਾ ਪੈਰ ਕਿੱਲੇ 'ਚ ਜਾ ਵੱਜਿਆ, ਆਪ ਜੀ ਡਿੱਗ ਪਏ, ਗਾਗਰ ਵੀ ਡਿੱਗ ਪਈ, ਖੜਕਾ ਹੋਇਆ। ਜੁਲਾਹਾ ਜੁਲਾਹੀ ਉੱਠੇ ਨੇ। ਜੁਲਾਹਾ ਕਹਿੰਦਾ ਵੀ ਇਹ ਕਾਹਦਾ ਖੜਕਾ ਹੋਇਆ? ਜੁਲਾਹੀ ਕਹਿੰਦੀ ਇਹ ਅਮਰੂ ਨਥਾਵੇਂ ਆਪਣਾ ਘਰ ਛੱਡ ਕੇ ਇੱਥੇ ਕੁੜਮਾਂ ਦੇ ਨੌਕਰਾਂ ਵਾਂਗੂ ਕੰਮ ਕਰਦਾ ਹੈ। ਬਾਬਾ ਅਮਰਦਾਸ ਨੇ ਗੱਲ ਸੁਣਿਆ, ਸਹਿ ਸੁਭਾ ਕਿਹਾ, ਕਮਲੀਏ ਮੈਂ ਨਥਾਵਾਂ ਨਹੀਂ ਹਾਂ, ਮੈਂ ਥਾਂ ਵਾਲਾ ਹਾਂ। ਪੁਰਾਤਨ ਗ੍ਰੰਥਾਂ 'ਚ ਲਿਖਿਆ ਕਿ 12 ਸਾਲ ਜੇ ਤੁਸੀਂ ਝੂਠ ਨਾ ਬੋਲੋ, ਤੁਹਾਡੀ ਰਸਨਾ ਇਤਨੀ ਪਵਿੱਤਰ ਹੋ ਜਾਂਦੀ ਕਿ ਜੋ ਤੁਸੀਂ ਬੋਲਦੇ ਹੋ ਸੱਚ ਹੋ ਜਾਏਗਾ। ਹੁਣ ਉੱਥੇ ਝੂਠ ਬੋਲਣ ਦਾ ਕੰਮ ਹੀ ਕੋਈ ਨਹੀਂ ਸੀ, ਸਿਮਰਨ ਨਾਲ ਰਸਨਾ ਇੰਨੀ ਪਵਿੱਤਰ ਹੋ ਗਈ ਸੀ। ਜਦੋਂ ਕਿਹਾ ਕਮਲੀਏ ਮੈਂ ਨਥਾਵਾਂ ਨਹੀਂ, ਮੈਂ ਥਾਂ ਵਾਲਾ, ਜਿਉਂ ਹੀ ਕਿਹਾ ਕਮਲੀਏ ਉਹ ਕਮਲੀ ਹੋ ਗਈ। ਚਲੋ ਆਪ ਜੀ ਨੇ ਗਾਗਰ ਚੁੱਕੇ, ਕਿਉਂ ਗਾਗਰ ਦੀ ਬਣਤਰ ਐਸੀ ਹੈ ਕਿ ਜ਼ਿਆਦਾ ਪਾਣੀ ਨਹੀਂ ਡੁੱਲਦਾ, ਥੋੜ੍ਹੇ ਉਛਲ ਕੇ ਜੇ ਬਾਲਟੀ ਹੋਵੇ ਤਾਂ ਸਾਰੇ ਦੇ ਸਾਰੇ ਡੁੱਲ ਜਾਂਦਾ ਹੈ। ਗਾਗਰ ਆਪਣੇ ਦੇਖੀਏ ਉੱਤੋਂ ਮੂੰਹ ਉਸ ਤਰ੍ਹਾਂ ਦਾ ਬਣਿਆ ਹੁੰਦਾ।
ਆ ਕੇ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਨਾਲ, ਇਸ਼ਨਾਨ ਕਰਾਇਆ ਹੈ। ਸਵੇਰੇ ਦਰਬਾਰ ਲੱਗਿਆ ਦੂਸਰੇ ਪਾਤਸ਼ਾਹ ਦਾ, ਉਹ ਜਿਹੜਾ ਹੈ ਜੁਲਾਹਾ ਆਪਣੀ ਜੁਲਾ ਘਰ ਵਾਲੀ ਲੈ ਕੇ ਆ ਗਿਆ ਹੈ। ਕਹਿ ਜੇ ਤੁਹਾਡਾ ਸੇਵਾਦਾਰ ਸੀ, ਇਹ ਕਿਤੇ ਹਨੇਰੇ 'ਚ ਸਾਡੇ ਖੱਡੀ ਦੇ ਕਿੱਲੇ ਨਾਲ ਇਹਨਾਂ ਦਾ ਪੈਰ ਅੜ ਗਿਆ, ਇਹਨਾਂ ਦੀ ਗਾਗਰ ਡਿੱਗ ਪਈ, ਖੜਕਾ ਹੋਇਆ। ਮੈਂ ਆਪਣੀ ਘਰ ਨੂੰ ਪੁੱਛਿਆ ਵੀ ਇਹ ਕਾਹਦਾ ਖੜਕਾ ਹੋਇਆ, ਅਤੇ ਉਹ ਕਹਿੰਦੀ ਇਹ ਅਮਰੂ ਨਥਾਵਾਂ ਹੈ, ਇਹ ਕੁੜਮਾਂ ਦੇ ਘਰ ਕੰਮ ਕਰਦਾ ਰਹਿੰਦਾ ਨੌਕਰਾਂ ਦੀ ਤਰ੍ਹਾਂ। ਅਤੇ ਇਹਨਾਂ ਨੇ ਅੱਗੋਂ ਕਹਿਤਾ ਕਮਲੀਏ ਮੈਂ ਨਥਾਵਾਂ ਨਹੀਂ, ਮੈਂ ਥਾਂ ਵਾਲਾ ਹਾਂ। ਜਿਉਂ ਇਹਨਾਂ ਨੇ ਕਮਲੀ ਕਿਹਾ, ਇਹ ਕਮਲੀ ਹੋ ਗਈ ਵੀ ਕਿਰਪਾ ਕਰੋ ਜੀ ਇਹਨੂੰ ਠੀਕ ਕਰੋ। ਕਹਿੰਦੇ ਫਿਰ ਜਿਹਦੀ ਨਰਾਦਰੀ ਕੀਤੀ ਉਸੇ ਤੋਂ ਮਾਫੀ ਮੰਗੋ। ਦੂਸਰੇ ਪਾਤਸ਼ਾਹ ਕਹਿੰਦੇ ਜਿਸ ਦੀ ਨਰਾਦਰੀ ਕੀਤੀ ਉਸੇ ਤੋਂ ਮਾਫੀ ਮੰਗੋ। ਫਿਰ ਹੁਣ ਮਾਫੀ ਮੰਗਦੇ ਬਾਬਾ ਅਮਰਦਾਸ ਤੋਂ, ਚਲੋ ਉਹ ਠੀਕ ਹੋ ਗਈ। ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ। ਕਹਿੰਦੇ ਬਾਬਾ ਜੀ ਕੱਲ੍ਹ ਨੂੰ ਨਾ ਗੁਰਗੱਦੀ ਦਾ ਤਿਲਕ ਲਾਉਣਾ, ਇਹ ਅਮਰਦਾਸ ਜੀ ਨੂੰ ਤਿਆਰੀ ਕਰ ਲਓ। ਆਪ ਜੀ ਨੂੰ 73 ਸਾਲ ਦੀ ਉਮਰ 'ਚ, 61 ਸਾਲ ਦੀ ਉਮਰ 'ਚ ਆਪ ਜੀ ਨੇ ਗੋਇੰਦਵਾਲ ਸਾਹਿਬ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰਨੀ ਸ਼ੁਰੂ ਕੀਤੀ। 12 ਸਾਲ ਕੀਤੀ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ 7 ਸਾਲ ਕੀਤੀ ਗੁਰੂ ਨਾਨਕ ਦੇਵ ਸੇਵਾ, ਇਹਨਾਂ ਨੇ 12 ਸਾਲ ਕੀਤੀ। 12 ਸਾਲ ਸੇਵਾ ਕਰਨ ਤੋਂ ਬਾਅਦ ਆਪ ਜੀ ਨੂੰ ਫਿਰ ਗੁਰਗੱਦੀ ਮਿਲੀ। ਫਿਰ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਇੱਥੇ ਮੇਰੇ ਪੁੱਤਰ ਜਿਹੜੇ ਤੁਹਾਡੇ ਨਾਲ ਈਰਖਾ ਕਰਨਗੇ ਵੀ ਸਾਨੂੰ ਨਹੀਂ ਗੁਰਗੱਦੀ ਮਿਲੀ, ਇਸ ਲਈ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ। ਅਤੇ ਬਾਬਾ ਅਮਰਦਾਸ ਜੀ ਆਪਣੇ ਪਰਿਵਾਰ ਸਮੇਤ ਗੋਇੰਦਵਾਲ ਸਾਹਿਬ ਆ ਗਏ, ਇੱਥੇ ਰਹਿਣ ਲੱਗ ਪਏ ਨੇ। ਕੋਈ ਦਿਨਾਂ ਬਾਅਦ ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਦਾ ਵੱਡਾ ਲੜਕਾ ਸੀ ਦਾਤੂ ਜੀ, ਉਹਨੂੰ ਗੁੱਸਾ ਚੜਿਆ ਵੀ ਇੱਥੇ ਤਾਂ ਸਾਡੇ ਤਾਂ ਰੌਣਕ ਹੀ ਘੱਟ ਗਈ ਹੈ, ਕੋਈ ਇੱਥੇ ਆਉਂਦਾ ਹੀ ਨਹੀਂ, ਕੋਈ ਆਮਦਨ ਦਾ ਸਾਧਨ ਨਹੀਂ ਰਹਿ ਗਿਆ ਹੈ। ਸਿੱਖ ਦੇ ਸਾਰੇ ਗੋਇੰਦਵਾਲ ਸਾਹਿਬ ਜਾਣ ਲੱਗ ਪਏ ਨੇ। ਉਹ ਆਪਣੇ ਬੰਦੇ ਲੈ ਕੇ ਉੱਥੇ ਗਿਆ। ਉਸ ਵੇਲੇ ਦਰਬਾਰ ਲੱਗਾ ਸੀ। ਉਹ ਗੁਰੂ ਅਮਰਦਾਸ ਮਹਾਰਾਜ ਦੇ ਪਿਛਲੇ ਪਾਸੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰੀ ਹੈ। ਗੁਰੂ ਅਮਰਦਾਸ ਮਹਾਰਾਜ ਉਹਦਾ ਪੈਰ ਘੁੱਟਣ ਲੱਗ ਪਏ ਦਾਤੂ ਦਾ। ਕਹਿੰਦੇ ਕਾਕਾ ਤੇਰੇ ਪੈਰ ਨਰਮ ਨੇ, ਸਾਡੀਆਂ ਹੱਡੀਆਂ ਸਖਤ ਨੇ, ਤੈਨੂੰ ਸੱਟ ਨਾ ਵੱਜੀ ਹੋਵੇ ਘੁੱਟ, ਬਾਕੀ ਜੋ ਤੈਨੂੰ ਚਾਹੀਦਾ ਤੂੰ ਲਿਜਾ ਸਕਦਾ। ਉਹਨੇ ਸਾਰੇ ਪੈਸੇ ਜਿੰਨੇ ਅੱਗੇ ਪਏ ਸਨ ਸੰਗਤ ਨੇ ਮੱਥਾ ਟੇਕ ਇਕੱਠੇ ਕੀਤੇ। ਅਵਾ ਤਵਾ ਬੋਲਦਾ ਹੋਇਆ ਹੈ ਉੱਥੋਂ ਚਲਿਆ ਗਿਆ। ਜਾਂਦਿਆਂ ਜਾਂਦਿਆਂ ਸ਼ਾਮ ਹੋ ਗਈ ਹੈ। ਰਾਜ ਡਾਕੂ ਮਿਲ ਪਏ। ਉਹਨਾਂ ਨਾਲੇ ਦਾਤੇ ਨੂੰ ਕੁੱਟਿਆ ਅਤੇ ਨਾਲੇ ਸਾਰੇ ਪੈਸੇ ਖੋਲ੍ਹੇ। ਹੁਣ ਕਿਉਂਕਿ ਗੁਰੂ ਮਹਾਰਾਜ ਨੂੰ ਲੱਤ ਮਾਰੀ, ਉਹ ਲੱਤ ਦੁਖਣ ਲੱਗ ਗਈ। ਮਰਨ ਤੱਕ ਉਹ ਦੁਖਣੋਂ ਹੀ ਨਹੀਂ ਹਟੀ ਅਤੇ ਅਖੀਰ ਨੂੰ ਜਿਹੜਾ ਹੈ ਦੁਖੀ ਹੋ ਕੇ ਦਾਤੂ ਮਰ ਗਏ। ਹੁਣ ਕਿਉਂਕਿ ਜਦੋਂ ਦਾਤੂ ਨੇ ਲੱਤ ਮਾਰੀ, ਉਹ ਸ਼ਾਮ ਦਾ ਵੇਲਾ ਸੀ। ਗੁਰੂ ਮਹਾਰਾਜ ਨੇ ਰਾਤ ਨੂੰ ਗੋਇੰਦਵਾਲ ਤੋਂ ਚਲੇ ਗਏ। ਕਿਸੇ ਨੇ ਦੱਸਿਆ ਸੀ ਕਿੱਥੇ ਚੱਲੇ। ਬਾਸਰ ਕੇ ਪਿੰਡ ਬਾਹਰ ਖੇਤਾਂ ਦੇ ਵਿੱਚ ਇੱਕ ਕੋਠਾ ਬਣਿਆ ਹੋਇਆ ਸੀ, ਉੱਥੇ ਆ ਗਏ। ਬਾਹਰ ਦਰਵਾਜ਼ੇ 'ਤੇ ਲਿਖਤੇ ਬਈ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਨਰਕਾਂ ਨੂੰ ਜਾਏਗਾ। ਅੰਦਰ ਕੁੰਡੀ ਲਾ ਕੇ ਉਹ ਕਬਰ 'ਚ ਬਹਿ ਗਏ। ਸਵੇਰ ਜਦੋਂ ਹੋਈ, ਸੰਗਤ ਵੇਖਦੇ ਗੁਰੂ ਮਹਾਰਾਜ ਤੇ ਹੈ ਹੀ ਨਹੀਂ, ਵੀ ਉਹ ਕਿੱਥੇ ਗਏ, ਦੱਸ ਕੇ ਵੀ ਨਹੀਂ ਗਏ। ਉਹਨਾਂ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਵੀ ਤੁਹਾਡੀ ਤਾਂ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਈ ਹੈ, ਤੁਸੀਂ ਦੇਖੋ ਉਹ ਕਿੱਥੇ ਗਏ ਨੇ। ਹੁਣ ਇਹ ਨਹੀਂ ਕਿ ਫਲਾਣੀ ਥਾਂ 'ਤੇ ਗਏ ਨੇ, ਨਹੀਂ
ਉਹ ਕਹਿੰਦੇ ਵੀ ਦੇਖੋ ਜਿਹੜੇ ਉਹਨਾਂ ਦੀ ਘੋੜੀ ਸੀ, ਬਾਬਾ ਬੁੱਢਾ ਜੀ ਕਹਿੰਦੇ ਵੀ ਗੁਰੂ ਅਮਰਦਾਸ ਮਹਾਰਾਜ ਜਿਹੜੀ ਘੋੜੀ ਸੀ ਨਾ, ਇਹ ਪਸ਼ੂ ਨੂੰ ਸਾਰੇ ਸੋਝੀ ਹੁੰਦੀ ਹੈ, ਇਹ ਖੋਲ ਦਿਓ, ਇਹ ਜਿੱਧਰ ਨੂੰ ਜਾਏਗੀ ਆਪਾਂ ਮਗਰ ਮਗਰ ਚੱਲਾਂਗੇ, ਜਿੱਥੇ ਜਾ ਕੇ ਖਲੋਗੀ ਸਮਝ ਗਏ ਇੱਥੇ ਗੁਰੂ ਮਹਾਰਾਜ ਨੇ। ਉਹ ਘੋੜੀ ਖੋਲ੍ਹਤੀ, ਘੋੜੀ ਚਲਦੀ ਚਲਦੀ ਉਹ ਕਮਰਾ ਜਿੱਥੇ ਗੁਰੂ ਅਮਰਦਾਸ ਮਹਾਰਾਜ ਅੰਦਰ ਬੈਠੇ ਸਨ, ਦਰਵਾਜ਼ਾ ਬੰਦ ਕਰੇ, ਘੋੜੀ ਉੱਥੇ ਜਾ ਕੇ ਖੜੀ ਹੋ ਗਈ। ਹੁਣ ਬਾਬਾ ਬੁੱਢਾ ਦੇਖਦੇ ਨੇ ਬਾਹਰ ਦਰਵਾਜ਼ੇ 'ਤੇ ਲਿਖਿਆ ਹੋਇਆ ਹੈ ਵੀ ਜਿਹੜਾ ਦਰਵਾਜ਼ਾ ਖੋਲੂਗਾ ਉਹ ਨਰਕਾਂ ਨੂੰ ਜਾਏਗਾ। ਸੋਚ ਸੋਚ ਕੇ ਕਹਿੰਦੇ ਵੀ ਪਹਿਲੇ ਜਾਓ ਸੱਬਲ ਲੈ ਕੇ ਆਓ। ਕਹਿੰਦੇ ਆਪਾਂ ਮਗਰੋਂ ਪਾੜ ਲਾ ਲੈਂਦੇ, ਨਹੀਂ ਖੋਲਦੇ ਅੱਗੋਂ, ਮਗਰੋਂ ਪਾੜ ਲਾ ਲਿਆ, ਇੱਟਾਂ ਵਿੱਚੋਂ ਕੱਢਤੀਆਂ। ਬਾਬਾ ਬੁੱਢਾ ਜੀ ਅੰਦਰ ਚਲੇ ਗਏ। ਜਾ ਕੇ ਬੇਨਤੀ ਕੀਤੀ, ਮਹਾਰਾਜ ਜੀ ਸੰਗਤ ਵਿਆਕਲ ਹੈ ਵੀ ਕਿਰਪਾ ਕਰਕੇ ਵਾਪਸ ਆਓ। ਉਹ ਕਮਰਾ ਜਿਹੜਾ ਸੀ ਉਹ ਅੱਜ ਕੱਲ੍ਹ ਗੁਰਦੁਆਰਾ ਸੰਨ ਸਾਹਿਬ ਦੇ ਤੌਰ 'ਤੇ ਪ੍ਰਸਿੱਧ ਹੈ। ਮੈਂ ਜਦੋਂ 1974 'ਚ ਗਿਆ ਸੀ, ਉਹ 'ਚ ਲਿਖਿਆ ਸੀ ਕਿ ਜਿਹੜਾ ਇਹਦੇ ਵਿੱਚੋਂ ਲੰਘ ਕੇ ਆਵੇਗਾ ਉਹਦੀ 84 ਕੱਟੀ ਜਾਵੇਗੀ। ਅਸੀਂ 3 ਟੀਚਰ ਗਏ ਸੀ, ਮਸਾਂ ਹੀ ਅਸੀਂ ਲੰਘੇ। ਹਾਲਾਂਕਿ ਮੋਟੇ ਅਸੀਂ ਕੋਈ ਨਹੀਂ, ਤਿੰਨੋਂ ਹੀ ਪਤਲੇ ਸੀ, ਪਰ ਉਸ ਆਲੇ ਦੇ ਵਿੱਚੋਂ ਅਸੀਂ ਮਸਾਂ ਹੀ ਅੰਦਰ ਗਏ। ਕਈ ਸਾਲਾਂ ਬਾਅਦ ਮੈਂ ਫਿਰ ਗੁਰਦੁਆਰੇ ਉੱਥੇ ਗਿਆ ਸੰਨ ਸਾਹਿਬ। ਹੁਣ ਉਹ ਗੋਲ ਕੀਤਾ ਹੋਇਆ, ਪਲਸਤਰ ਕਰਤਾ ਹੈ, ਹੁਣ ਤਾਂ ਆਰਾਮ ਨਾਲ ਹੀ ਬੰਦਾ ਅੰਦਰ ਵੜ ਜਾਂਦਾ ਹੈ। ਖੈਰ ਗੁਰੂ ਮਹਾਰਾਜ ਵਾਪਸ ਜਿਹੜਾ ਗੋਇੰਦਵਾਲ ਸਾਹਿਬ ਆ ਗਏ। ਗੁਰੂ ਮਹਾਰਾਜ ਨੇ ਆਪਣੀ ਜਿਹੜੀ ਵੱਡੀ ਸਪੁੱਤਰੀ ਬੀਬੀ ਭਾਨੀ ਜੀ, ਉਹਨਾਂ ਦੀ ਸ਼ਾਦੀ ਜੇਠਾ ਜੀ ਨਾਲ ਕਰਤੀ, ਅਤੇ ਜਿਹੜੀ ਛੋਟੀ ਸੀ ਬੀਬੀ ਦਾਨੀ, ਉਹਦੀ ਸ਼ਾਦੀ ਰਾਮਾ ਜੀ ਨਾਲ ਕਰਤੀ। ਜਿਹੜੇ ਉੱਥੋਂ ਦੇ ਮਰਵਾਹੇ ਖੱਤਰੀ ਸਨ ਗੋਇੰਦਵਾਲ ਦੇ, ਉਹ ਈਰਖਾ ਕਰਨ ਲੱਗ ਪਏ ਗੁਰੂ ਮਹਾਰਾਜ ਨੇ। ਸਿੱਖਾਂ ਨੂੰ ਉਹ ਪਾਣੀ ਨਹੀਂ ਸੀ ਭਰਨ ਦਿੰਦੇ ਖੂਹਾਂ ਤੋਂ। ਜੇ ਸਿੱਖ ਪਾਣੀ ਭਰ ਕੇ ਲਿਆਉਂਦੇ ਸੀ, ਉਹ ਵੱਟੇ ਮਾਰ ਕੇ ਨਾ ਇਹਨਾਂ ਦੇ ਘੜੇ ਤੋੜ ਦਿਆ ਕਰਦੇ ਸੀ। ਗੁਰੂ ਮਹਾਰਾਜ ਨੇ ਕਿਹਾ ਤੁਸੀਂ ਐਂ ਕਰੋ, ਤੁਸੀਂ ਗਾਗਰਾ ਲੈ ਲਓ। ਉਹ ਗਾਗਰਾ ਚਲਾਉਣ ਲੱਗ ਕੇ ਸਿੱਖ ਪਾਣੀ, ਉਹਨਾਂ ਨੇ ਤੀਰ ਲੈ ਲਏ, ਉਹ ਤੀਰਾਂ ਨਾਲ ਗਾਗਰਾ 'ਚ ਮੋਰੀ ਕਰਨੀ ਸ਼ੁਰੂ ਕਰਤੀ। ਗੁਰੂ ਮਹਾਰਾਜ ਕਹਿੰਦੇ ਆਪਾਂ ਇੱਥੇ ਖੂਹ ਹੀ ਪੱਟ ਲੈਂਦੇ, ਜਿਹਨੂੰ ਉੱਥੇ ਜਿਹੜਾ ਬੌਲੀ ਸਾਹਿਬ ਕਹਿੰਦੇ ਅੱਜ ਵੀ ਖੂਹ ਪੱਟ ਲੈਂਦੇ। ਜਦੋਂ ਗੁਰੂ ਮਹਾਰਾਜ ਖੂਹ ਪਟਾਉਣ ਲੱਗੇ, ਇਹ ਲਾਹੌਰ ਦੇ ਸੂਬੇਦਾਰ ਕੋਲੇ ਚਲੇ ਗਏ ਮਰਵਾਹੇ ਖੱਤਰੀ, ਵੀ ਸਾਡੀ ਜ਼ਮੀਨ ਦੱਬਣ ਲੱਗੇ ਜੀ ਗੁਰੂ ਮਹਾਰਾਜ, ਹੁਣ ਸਾਡੀ ਥਾਂ ਛਡਵਾਓ। ਚਲੋ ਉਹ ਨਵਾਬ ਆ ਗਿਆ ਹੈ। ਗੁਰੂ ਮਹਾਰਾਜ ਗੱਲਬਾਤ ਹੋਈ, ਉਹਨੇ ਸਗੋਂ ਉਹਨਾਂ ਨੂੰ ਝਿੜਕਿਆ ਕਿ ਤੁਹਾਡੀ ਕਿਹੜੀ ਥਾਂ ਦੱਬ ਰਹੇ ਨਾ ਹੈ, ਇਹ ਤਾਂ ਖੂਹ ਹੀ ਲਾ ਰਹੇ ਨੇ, ਕੋਈ ਮਾੜਾ ਥੋੜ੍ਹੇ ਕੁਛ ਕਰ ਰਹੇ ਨੇ। ਚਲੋ ਉਹਨਾਂ ਅੱਗੇ ਤੇ ਲਾਓ ਜੀ ਖੂਹ। ਚਲੋ ਵਿਰੋਧੀ ਦੱਬ ਗਏ ਵੀ ਹੁਣ ਤਾਂ ਰਾਜਾ ਹੀ ਨਵਲ ਹੋ ਗਿਆ। ਗੁਰੂ ਮਹਾਰਾਜ ਨੇ ਉਹ ਜਿਹੜਾ ਖੂਹ ਬਣਾਇਆ, ਉਹ ਪੌੜੀਆਂ ਵਾਲਾ ਬਣਾਇਆ। ਉਹ ਖੂਹ ਜਿਹਨੂੰ ਪੌੜੀਆਂ ਲੱਗੀਆਂ ਹੋਈਆਂ ਹੋਣ, ਉਹਨੂੰ ਕਹਿੰਦੇ ਬੌਲੀ ਸਾਹਿਬ, ਬੌਲੀ ਬਣਾ। ਪੌੜੀਆਂ ਵੀ 84 ਬਣਾਈਆਂ। ਉਸ ਖੂਹ ਦੇ ਵਿੱਚ ਬਿਆਸਾ ਦਰਿਆ ਦਾ ਪਾਣੀ ਆਉਂਦਾ ਹੁੰਦਾ ਸੀ, ਬਿਆਸਾ ਦਰਿਆ ਦਾ ਪਾਣੀ ਆਉਂਦਾ ਸੀ। 84 ਪੌੜੀਆਂ ਬਣਾਈਆਂ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਿਹੜੀ 84ਵੀਂ ਪੌੜੀ ਹੈ ਸਭ ਤੋਂ ਹੇਠਲੀ, ਉੱਤੇ ਇੱਕ ਲਿਖਦਾ, ਉੱਪਰਲੇ 2 3 4 5 6 ਇਸ ਤਰ੍ਹਾਂ ਬਾਹਰਲੀ ਪੌੜੀ ਜਿਹੜੀ ਸੀ ਅਖੀਰਲੀ, ਉੱਥੇ 84 ਲਿਖਦਾ ਕਿ ਪਹਿਲਾਂ ਹੇਠਾਂ ਉਤਰ ਕੇ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਫਿਰ ਪਹਿਲੀ ਪੌੜੀ 'ਤੇ ਬਹਿ ਜਾਣਾ ਹੈ। ਫਿਰ ਜਪਜੀ ਸਾਹਿਬ ਦਾ ਪਾਠ ਕਰਨਾ, ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਇਸ਼ਨਾਨ ਕਰਨਾ ਹੈ। ਫਿਰ ਦੂਜੀ ਪੌੜੀ 'ਤੇ ਬਹਿ ਜਾਣਾ, ਉੱਥੇ ਬੈਠ ਕੇ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ। ਇਸ ਤਰ੍ਹਾਂ ਕਰਦੇ ਕਰਦੇ ਜਦੋਂ 84ਵੀਂ ਪੌੜੀ 'ਤੇ ਪਹੁੰਚ ਜਾਏਗਾ ਕੋਈ, ਕਹਿੰਦੇ ਉਹਦੀ 84 ਕੱਟੀ ਜਾਵੇਗੀ।
1974 'ਚ ਮੈਂ ਤੇ ਮੇਰੇ 2 ਦੋਸਤ ਗਰਮੀਆਂ ਦੀਆਂ ਛੁੱਟੀਆਂ 'ਚ ਪੰਜਾਬ ਦੇ ਜਿੰਨੇ ਇਤਿਹਾਸਕ ਗੁਰਦੁਆਰੇ ਉਹ ਵੇਖਣ ਲਈ ਚੱਲ ਪਏ ਵੀ ਆਪਾਂ ਐਤਕੀ ਘਰਾਂ ਨੂੰ ਨਹੀਂ ਜਾਣਾ, 1.5 ਮਹੀਨਾ ਆਹੀ ਕੰਮ ਕਰਨਾ। ਚਲੋ ਜੀ, ਮੈਨੂੰ ਤਾਂ ਸ਼ੁਰੂ ਤੋਂ ਹੀ ਠੰਡ ਜ਼ਿਆਦਾ ਲੱਗਦੀ ਹੈ। ਮੈਂ ਤਾਂ ਇੱਕ ਵਾਰੀ ਨਹਾਤਾ ਅਤੇ ਆਪਣੇ ਆ ਕੇ ਕਿਹਾ ਮੈਂ ਤਾਂ ਹੋਰ ਵਾਰੀ ਨਹਾਉਂਦਾ ਨਹੀਂ। ਇੱਕ ਕਹਿੰਦਾ ਅਸੀਂ ਤਾਂ 84 ਘਟਾਵਾਂਗੇ। ਮੈਂ ਵੀ 14-15 ਘੰਟੇ ਲੱਗਣਗੇ ਘੱਟ ਤੋਂ ਘੱਟ ਵੀ। ਦੇਖ ਲਓ, ਕੋਈ ਨਹੀਂ, ਮੈਂ ਤਾਂ ਇੱਥੇ ਬਾਹਰ ਬਹਿ ਜਾਂਦਾ। ਇੱਕ ਨੇ 7 ਵਾਰੀ ਨਹਾਤਾ ਅਤੇ ਬਾਹਰ ਆ ਕੇ ਡਿੱਗ ਪਿਆ। ਉਹ ਮੈਂ ਬੰਦਿਆਂ ਨੂੰ ਲੈ ਕੇ ਉਹਨੂੰ ਧੁੱਪੇ ਪਾਇਆ, ਗਰਮੀਆਂ ਦਾ ਮੌਸਮ ਜੂਨ ਦਾ, ਧੁੱਪੇ ਪਾਇਆ ਉਹਨੂੰ ਅਤੇ ਚਾਹ ਲੈ ਕੇ ਆਇਆ। ਮੈਂ ਚਾਹ 'ਚ ਪਿਲਾਈ, ਉਹਨੂੰ ਹੋਸ਼ ਆਈ। ਮੈਂ ਤੇਰੀ 'ਤੇ ਕੱਟੀ ਜਾਣੀ ਸੀ। ਜਿਹੜਾ ਦੂਜਾ ਸੀ ਉਹ 9ਵੀਂ ਵਾਰ ਨਹਾ ਕੇ ਬਾਹਰ ਨਿਕਲਿਆ ਅਤੇ ਉਹ ਵੀ ਡਿੱਗ ਪਿਆ। ਉਹਨੂੰ ਅਸੀਂ ਦੋਨਾਂ ਨੇ ਚੱਕ ਕੇ ਧੁੱਪੇ ਪਾਇਆ। ਉਹਦੇ ਠੰਡ ਉਹਦੀ ਲੱਥੀ ਚਾਹ 'ਚ ਪਿਲਾਤਾ। ਭਾ ਦਰਿਆ ਦਾ ਪਾਣੀ ਗੜੇ ਵਰਗਾ ਠੰਡਾ ਹੁੰਦਾ। ਮੈਂ ਜਦੋਂ ਨੰਗਲ ਜਾ ਕੇ ਸਰਵਿਸ ਕਰਨ ਲੱਗਿਆ, ਬ੍ਰਦਰ ਹੋਰੀ ਦਰਿਆ ਦੇ ਕੰਢੇ 'ਤੇ ਘਰ ਸੀ ਬਣਿਆ ਹੋਇਆ, ਜਿੱਥੇ ਰਹਿੰਦੇ ਸੀ ਕਿਰਾਏ 'ਤੇ। ਇਹ ਸ਼ਾਮ ਨੂੰ ਮੈਨੂੰ ਕਹਿੰਦੇ ਗਰਮੀਆਂ ਦਾ ਮੌਸਮ ਹੈ, ਆ ਤੈਨੂੰ ਨਹਾ ਲਏ ਦਰਿਆ 'ਤੇ। ਮੈਨੂੰ ਕੀ ਪਤਾ ਸੀ। ਜਦੋਂ ਮੈਂ ਪੈਰ ਰੱਖੇ ਵਿੱਚ ਦੋਨੋਂ, ਮੈਂ ਛਾਲ ਮਾਰ ਕੇ ਬਾਹਰ ਆ ਗਿਆ। ਮੈਂ ਤਾਂ ਗੜੇ ਵਰਗਾ ਪਾਣੀ ਹੈ, ਮੈਂ ਨਹੀਂ ਇਹਦੇ 'ਚ ਨਹਾ ਸਕਦਾ। ਇੰਨਾ ਪਾਣੀ ਕਿਉਂ, ਨੰਗਲ ਤੋਂ ਸਿੱਧੇ ਨੇੜੇ ਹੀ ਸੀ, ਉੱਥੇ ਪਾਣੀ ਦਰਿਆ, ਉੱਥੋਂ ਪਾਣੀ ਆ ਰਿਹਾ ਸੀ। ਭਾਵ ਇੰਨੇ ਠੰਡੇ ਪਾਣੀ ਦੇ ਵਿੱਚ ਲਗਾਤਾਰ 84 ਵਾਰ ਨਹਾਉਣਾ, ਇਹ ਹਰ ਇੱਕ ਦੇ ਵਾਸਤੇ ਰੋਗ ਨਹੀਂ। ਹੁਣ ਤਾਂ ਤੁਹਾਨੂੰ ਪਤਾ ਦਰਿਆ ਹੀ ਸੁੱਕ ਗਿਆ ਹੈ ਅਤੇ ਦਰਿਆ ਕਾਫੀ ਪਰਾਂ ਚਲੇ ਗਿਆ, ਥੋੜ੍ਹਾ ਥੋੜ੍ਹਾ ਪਾਣੀ ਵਗਦਾ। ਬਰਸਾਤ ਦੇ ਮੌਸਮ ਸੁੱਕੀ, ਹੁਣ ਤਾਂ ਟਿਊਬਵੈੱਲ ਨਾਲ ਉੱਥੇ ਪਾਣੀ ਪਾਉਂਦੇ ਨੇ। ਹੁਣ ਨਹੀਂ ਇੰਨਾ ਠੰਡਾ ਪਾਣੀ ਹੈਗਾ। ਖਰਬੰਦਾ ਸਾਹਿਬ ਦਾ ਪਰਿਵਾਰ ਇਹ 84 ਵਾਰ ਉੱਥੇ ਨਹਾਏ ਸਨ। ਮੈਂ ਚਲੋ ਠੀਕ ਹੈ, ਜਿਵੇਂ ਲਿਖਿਆ ਹੋਇਆ, ਫਿਰ ਤੁਹਾਡੀ ਤਾਂ 84 ਕੱਟੀ ਗਈ ਅਤੇ ਅਸੀਂ ਅਜੇ ਕੱਟਦੇ ਰਹਾਂਗੇ। ਖੈਰ, ਸੋ ਬੌਲੀ ਸਾਹਿਬ ਬਣਾਈ, ਵਾਰ ਦਿੱਤਾ ਕਿ ਭਾਈ ਜਿਹੜਾ ਇੱਥੇ 84 ਵਾਰ ਇਸ਼ਨਾਨ ਕਰੇਗਾ ਅਤੇ 84 ਵਾਰ ਜਪਜੀ ਸਾਹਿਬ ਦਾ ਪਾਠ ਕਰੇਗਾ। ਇਹ ਨਹੀਂ ਕਿ ਅੱਜ ਇੱਕ ਵਾਰ ਨਹਾਇਆ ਅਤੇ ਜਪਜੀ ਇੱਕ ਪਾਠ ਕਰ, ਫਿਰ ਕੱਲ੍ਹ ਨੂੰ ਜਾ ਕੇ ਨਾਲ ਐਂ ਨਹੀਂ 84 ਦਿਨ ਹੈ ਨਹੀਂ, ਲਗਾਤਾਰ ਹੀ ਕਰਨਾ ਜੇ ਕਰਨਾ ਹੈ। ਸੋ ਇੰਨੀ ਪ੍ਰਸਿੱਧ ਹੋ ਗਈ ਕਿ ਹੁਣ ਜਿਹੜਾ ਵੀ ਗੋਇੰਦਵਾਲ ਸਾਹਿਬ ਜਾਂਦਾ ਉਹ ਬੌਲੀ ਸਾਹਿਬ ਦੇ ਇਸ਼ਨਾਨ ਕਰਦਾ ਹੈ। ਇੱਕ ਵਾਰੀ ਉੱਥੇ ਇੱਕ ਮਾਈ ਦਾਸ ਸਾਧੂ ਆ ਗਿਆ। ਗੁਰੂ ਮਾਰ ਕੇ ਮਹਾਤਮਾ ਜੀ ਲੰਗਰ ਛਕ ਲਓ। ਕਹਿ ਨਾ ਜੀ, ਮੈਂ ਤਾਂ ਆਪਣਾ ਬਣਾ ਕੇ ਛਕਾਂਗਾ। ਗੁਰੂ ਮਹਾਰਾਜ ਕਹਿੰਦੇ ਦੇਖ, ਜੇ ਤੂੰ ਛੂਤ ਛਾਤ ਨੂੰ ਮੰਨਦਾ ਹੈ ਤਾਂ ਫਿਰ ਜਿਹੜਾ ਤੈਨੂੰ ਆਟਾ ਦੇਗਾ, ਦਾਲ ਦੇਗਾ, ਹੋਰ ਚੀਜ਼, ਉਹਦੇ ਤਾਂ ਹੱਥ ਉਸ ਨੂੰ ਲੱਗ ਜਾਣਗੇ। ਉਹ ਫਿਰ ਕਿਵੇਂ ਰਹੇਗਾ ਬਈ? ਨਾ ਜੀ, ਮੈਨੂੰ ਤਾਂ ਸਿੱਧਾ ਦੇ ਦਿਓ, ਮੈਂ ਆਪਣਾ ਬਣਾਉਂਗਾ। ਚੰਗਾ। ਕਹਿੰਦਾ ਮੈਂ ਤਾਂ ਉਸ ਤਰ੍ਹਾਂ ਜਿਹੜਾ ਉਹ ਪੋਚਾ ਜਿਹੜਾ ਫੇਰਾਂਗਾ ਚੁੱਲ੍ਹੇ 'ਤੇ, ਉਸ ਤਰ੍ਹਾਂ ਤਿਆਰ ਕਰ। ਇੱਕ ਥਾਂ 'ਤੇ ਟੋਇਆ ਪੁੱਟਦਾ ਹੈ, ਚੁੱਲ੍ਹਾ ਬਣਾ ਲਈ, ਹੱਡੀਆਂ ਨਿਕਲ ਆਈਆਂ, ਠੀਕ ਹੈ। ਫਿਰ ਦੂਜੀ ਥਾਂ 'ਤੇ ਟੋਇਆ ਪੁੱਟਿਆ, ਉੱਥੋਂ ਹੱਡੀਆਂ ਨਿਕਲ ਆਈਆਂ। ਜੋ 4 ਥਾਵਾਂ ਤੋਂ ਹੱਡੀਆਂ ਨਿਕਲੇ, ਨਾਲੇ ਨਿਚੜੋਂ ਥੱਕ ਗਿਆ, ਆ ਗਿਆ। ਗੁਰੂ ਮਾਰ ਕੇ ਮਹਾਤਮਾ ਜੀ ਇਹਨਾਂ ਚੱਕਰਾਂ 'ਚ ਨਹੀਂ ਪਈਦਾ। ਔਰ ਤੁਸੀਂ ਲੰਗਰ ਤਿਆਰ ਬੈਠ ਕੇ ਤੁਸੀਂ ਲੰਗਰ ਛਕੋ, ਇਹਨਾਂ ਵਹਿਮਾਂ ਭਰਮਾਂ 'ਚ ਕਿਤੇ ਪੈ ਜੇ ਤੁਸੀਂ ਆਪਣਾ ਬਣਾ ਕੇ ਖਾਓਗੇ। ਜਿਵੇਂ ਬੜੇ ਸਾਲਾਂ ਦੀ ਗੱਲ ਹੈ, ਪ੍ਰੇਮ ਨਗਰ ਦੇ ਵਿੱਚ ਇੱਕ ਹਿੰਦੂ ਮਹਾਤਮਾ ਆ ਗਏ। ਚਲੋ ਪ੍ਰਚਾਰ ਸੀ ਉਹਨਾਂ ਦਾ, ਉਹਨਾਂ ਨੇ ਮੈਨੂੰ ਵੀ ਸੱਦਿਆ, ਬਾਬਾ ਜੀ ਤੁਸੀਂ ਵੀ ਆ ਪੈ ਚਲੇ ਗਏ। ਬਾਅਦ ਦੇ ਸਾਨੂੰ ਦੋਨਾਂ ਨੂੰ ਬਿਠਾ ਕੇ ਰੋਟੀ ਖੁਆਰੇ ਘਰ ਦੇ ਜੀ। ਉਹਦੇ ਕੋਲ ਲੱਕੜ ਦੀ ਪਲੇਟ ਸੀ, ਲੱਕੜ ਦਾ ਗਲਾਸ ਸੀ, ਲੱਕੜ ਦਾ ਚਮਚਾ ਸੀ। ਚਲੋ ਮੈਂ ਵੀ ਆਪਣਾ ਜੇ ਮਰਜ਼ੀ ਖਾ ਲੈ। ਜੋ ਖਾ ਹਟਿਆ, ਮੈਂ ਮਹਾਤਮਾ ਜੀ ਇੱਕ ਬੇਨਤੀ ਹੈ ਵੀ ਅੱਜ ਤੁਸੀਂ ਇਹ ਲੱਕੜ ਦੇ ਥਾਲੀ 'ਚ ਕਿਉਂ ਰੋਟੀ ਖਾਧੀ ਹੈ? ਲੱਕੜ ਦੇ ਚਮਚੇ ਨਾਲ, ਲੱਕੜ ਦੇ ਗਲਾਸ ਪਾਣੀ ਪੀਣੇ ਹੈ। ਕਹੇ ਜੀ ਸਾਡੇ ਗੁਰੂ ਨੇ ਕਿਹਾ ਹੈ। ਮੈਂ ਦੇਖੋ ਸਮਾਨ ਇਹਨਾਂ ਦਾ, ਰੋਟੀਆਂ ਵੀ ਇਹਨਾਂ ਪਕਾਈਆਂ, ਤਵਾ ਵੀ ਇਹਨਾਂ ਦਾ, ਆਟਾ ਵੀ ਇਹਨਾਂ ਦਾ, ਦਾਲ ਸਬਜ਼ੀ ਪਕਾਈਆਂ ਵੀ ਇਹਨਾਂ, ਤੁਹਾਡੇ ਲੱਕੜੀ ਦੇ ਵਿੱਚ ਧਰ ਕੇ ਖਾਣ ਨਾਲ ਕੀ ਫਰਕ ਪੈ ਜਾਏਗਾ? ਕਹਿੰਦੇ ਬਾਬਾ ਜੀ ਮੈਨੂੰ ਵੀ ਇਸ ਗੱਲ ਦਾ ਪਤਾ ਹੈ, ਐਵੇਂ ਮੈਂ ਕਹਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਹੁਣ ਪਰ ਸਮੱਸਿਆ ਤਾਂ ਇਹ ਹੈ, ਤੁਹਾਡੇ ਤੁਸੀਂ ਗੁਰੂ ਧਾਰਨ ਕੀਤਾ ਕਿ ਨਹੀਂ? ਹੁਣ ਤੁਸੀਂ ਅੰਮ੍ਰਿਤਧਾਰੀ ਹੋ ਨਾ। ਗੁਰੂ ਮਹਾਰਾਜ ਨੇ ਕਿਹਾ ਵੀ ਮੈਂ ਤਾਂ ਉਹਨੂੰ ਮੰਨਾਂਗਾ ਜਿਹੜਾ ਅੰਮ੍ਰਿਤਧਾਰੀ ਹੋਵੇਗਾ।
ਤੁਸੀਂ ਇਸ ਲਈ ਅੰਮ੍ਰਿਤਧਾਰੀ ਹੋਇਓ ਕਿ ਨਹੀਂ? ਗੁਰੂ ਦੀ ਗੱਲ ਮੰਨਣੀ ਪੈਣੀ ਕਿ ਨਹੀਂ? ਹਾਂ, ਕਦੇ ਇਸ ਲਈ ਸਾਨੂੰ ਮੰਨਣੀ ਪੈਣੀ। ਇਹਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ, ਇਹ ਮੈਨੂੰ ਵੀ ਪਤਾ ਵੀ ਜਦੋਂ ਸਮਾਨ ਇਹਨਾਂ ਦਾ ਬਣਾਇਆ ਇਹਨਾਂ ਨੇ, ਮੇਰੀ ਲੱਕੜ ਦੀ ਥਾਲੀ 'ਚ ਖਾਣ ਨਾਲ ਕੀ ਹੋ ਜਾਏ? ਕਦੇ ਮੈਨੂੰ ਬਾਬਾ ਜੀ ਗੱਲ ਦਾ ਗਿਆਨ ਹੈ, ਪਰ ਕਿਉਂਕਿ ਗੁਰੂ ਦਾ ਹੁਕਮ ਹੈ ਇਸ ਲਈ ਮੈਂ ਮੰਨਣਾ ਹੀ ਮੰਨਣਾ। ਮੈਂ ਠੀਕ ਹੈ ਭਾਈ, ਕਿਸੇ ਦਾ ਗੁਰੂ ਕਹਿੰਦਾ ਮੂੰਹ 'ਤੇ ਪੱਟੀ ਬੰਨ੍ਹ ਕੇ ਰੱਖਣੀ, ਉਹਨੇ ਰੱਖਣੀ ਹੀ ਰੱਖਣੀ। ਕਿਸੇ ਦਾ ਗੁਰੂ ਕਹਿੰਦਾ ਰੋਣ ਮੋਣ ਟਿੰਡ ਕੱਢ ਕੇ ਰੱਖਣੀ ਹੈ, ਉਹਨੇ ਉਸ 'ਤੇ ਰੱਖਣਾ ਖੁਦ। ਕਿਸੇ ਦਾ ਗੁਰੂ ਕਹਿੰਦਾ ਬੋਧੀ ਰੱਖਣੀ ਹੈ, 7 ਵਜੇ ਜੀ ਬੋਧੀ ਰੱਖਣੀ। ਕਿਸੇ ਦਾ ਗੁਰੂ ਕਹਿੰਦਾ ਚਿੱਟੇ ਕੱਪੜੇ ਪਾਉਣੇ ਨੇ, 7 ਵਜੇ ਚਿੱਟੇ ਪਾਉਣੇ। ਕਿਸੇ ਦਾ ਗੁਰੂ ਕਹਿੰਦਾ ਗੇਰੂਏ ਰੰਗ ਦੇ ਕੱਪੜੇ ਪਾਉਣੇ, ਉਹਨੇ ਉਸ ਤਰ੍ਹਾਂ ਪਾਉਣੇ। ਸਾਡੇ ਗੁਰੂ ਨੇ ਕਹਿੰਦੇ 5 ਕਕਾਰਾਂ ਦੇ ਧਾਰਨੀ ਹੋਣਾ, ਅਸੀਂ ਹੋਣਾ ਬਸ। ਉੱਥੇ ਇੱਕ ਰਹਿੰਦਾ ਸੀ ਤਪਾ, ਜਿਵੇਂ ਦੂਸਰੇ ਪਾਤਸ਼ਾਹ ਖਡੂਰ ਸਾਹਿਬ ਵੀ ਤਪਾ ਰਹਿੰਦਾ ਸੀ, ਉਹ ਵੀ ਈਰਖਾ ਕਰਦਾ ਸੀ। ਕੁਦਰਤੀ ਗੱਲ ਹੈ, ਪਹਿਲਾਂ ਬੰਦੇ 'ਤੇ ਚੱਲਦੀ ਹੋਵੇ, ਆਦਰ ਮਾਣ ਹੋਵੇ, ਇੱਕ ਹੋਰ ਆ ਜੇ ਉਹਦਾ ਆਦਰ ਮਾਣ ਵੱਧ ਹੋਵੇ ਤਾਂ ਫਿਰ ਪਹਿਲੇ ਨੂੰ ਈਰਖਾ ਹੁੰਦੀ ਅੰਦਰ ਖਾਤੇ। ਸਿਰਫ ਬ੍ਰਹਮ ਗਿਆਨੀ ਨੂੰ ਨਹੀਂ ਹੁੰਦੀ, ਜਿਹੜਾ ਬ੍ਰਹਮ ਗਿਆਨ ਤੋਂ ਹੇਠਾਂ ਜੇ ਉਹਨੂੰ ਈਰਖਾ ਹੋਏਗੀ, ਚਾਹੇ ਉਹ ਸ਼ੋਅ ਕਰੇ ਨਾ ਕਰੇ, ਚਾਹੇ ਬੋਲ ਕੇ ਕਹਿ ਦੇਵੇ ਨਹੀਂ ਮੈਨੂੰ ਤਾਂ ਕੋਈ ਈਰਖਾ, ਪਰ ਅੰਦਰ ਖਾਤੇ ਜ਼ਰੂਰ ਹੁੰਦੀ। ਇਹ ਬੜੀ ਸਮੱਸਿਆ। ਸਾਧੂਆਂ ਨੂੰ ਸਾਧੂਆਂ ਨਾਲ ਹੁੰਦੀ ਹੈ, ਪਹਿਲਵਾਨਾਂ ਨੂੰ ਪਹਿਲਵਾਨਾਂ ਨਾਲ ਹੁੰਦੀ ਹੈ, ਖਿਡਾਰੀਆਂ ਨੂੰ ਖਿਡਾਰੀਆਂ ਨਾਲ ਹੁੰਦੀ ਹੈ। ਇਹ ਹੁੰਦਾ ਸਰ, ਈਰਖਾ ਹੁੰਦੀ। ਖੈਰ, ਹੁਣ ਜੇ ਤਪਾ ਆ ਗਿਆ ਜੀ, ਤਪੇ ਨੂੰ ਈਰਖਾ ਹੈ। ਗੁਰੂ ਮਹਾਰਾਜ ਨੇ ਕਿਹਾ ਵੀ ਤਮਾਸ਼ਾ ਵੇਖਦੇ। ਗੁਰੂ ਮਹਾਰਾਜ ਬਹੁਤ ਵੱਡਾ ਯੱਗ ਕੀਤਾ, ਸਾਰੇ ਪਿੰਡ ਨੂੰ ਇਨਵਾਈਟ ਕੀਤਾ, ਉਹ ਭਾਈ ਲੰਗਰ ਛਕੋ। ਹਰ ਚਾਹੀਦਾ ਕੁਝ ਮਰਵਾਹੀ ਖੱਤਰੀ ਤੋਂ ਤਪਾ ਨਹੀਂ ਆਇਆ। ਗੁਰੂ ਮਹਾਰਾਜ ਨੇ ਕਿਹਾ ਮੈਂ ਜਿਹੜਾ ਲੰਗਰ ਛਕੇਗਾ ਉਹਨੂੰ 1-1 ਰੁਪਈਆ ਵੀ ਦਿੱਤਾ ਜਾਏਗਾ। ਕਈ ਉਸ ਜ਼ਮਾਨੇ 'ਚ 1 ਰੁਪਈਆ ਬਹੁਤ ਹੁੰਦਾ ਸੀ, ਕਈ ਲਾਲਚ 'ਚ ਆ ਗਏ, ਆ ਗਏ ਛਕ ਗਏ। ਫਿਰ ਗੁਰੂ ਪਤਾ ਲੱਗਿਆ ਅਜੇ ਕੁਛ ਰਹਿੰਦੇ ਨੇ। ਗੁਰੂ ਮਹਾਰਾਜ ਕਹਿੰਦੇ ਜਿਹੜਾ ਭਾਈ ਰਹਿ ਗਿਆ ਹੈ ਉਹਨੂੰ 2-2 ਰੁਪਈਏ ਮਿਲਣਗੇ ਜਿਹੜਾ ਲੰਗਰ ਛਕ ਕੇ ਜਾਏਗਾ। ਕਈ 2 ਦੇ ਲਾਲਚ 'ਚ ਆ ਗਏ। ਕਰਦਿਆਂ 4 ਰੁਪਈਏ ਤੱਕ ਸਾਰਾ ਪਿੰਡ ਛਕ ਗਿਆ, ਇੱਕ ਤਪਾ ਨਹੀਂ ਆਇਆ ਛਕਣ। ਗੁਰੂ ਮਹਾਰਾਜ ਕਹਿੰਦੇ 5 ਰੁਪਈਏ ਦਿੱਤੇ ਜਾਣਗੇ ਜਿਹਨੇ ਲੰਗਰ ਛਕਣਾ, ਆ ਜਾਓ। ਤਪੇ ਨੇ ਸੋਚਿਆ 5 ਰੁਪਈਏ ਤਾਂ ਬਹੁਤ ਨੇ ਵੀ, ਚੱਲ ਮੈਂ ਨਹੀਂ ਜਾਂਦਾ, ਆਪਣੇ ਮੁੰਡੇ ਨੂੰ ਭੇਜ ਦੇਣਾ। ਜਦੋਂ ਤਪਾ ਆਪਣੇ ਮੁੰਡੇ ਨੂੰ ਲੈ ਕੇ ਆਇਆ, ਇੰਨੇ ਚਿਰ ਨੂੰ ਲੰਗਰ ਛਕ ਰਹੀ ਸੰਗਤ, ਦਰਵਾਜ਼ਾ ਬਾਹਰਲਾ ਬੰਦ ਸੀ। ਤਪੇ ਨੇ ਆਪਣੇ ਮੁੰਡੇ ਨੂੰ ਕੰਧ ਟਪਾਤੀ ਵੀ ਚੱਲ ਮੈਂ ਤੈਨੂੰ ਕੰਧ ਦੇ ਉੱਤੋਂ ਦੀ ਭੇਜ ਦੇਣਾ, ਤੂੰ 5 ਰੁਪਈਏ ਲੈ ਸਕੇ। ਜਦੋਂ ਕੰਧ ਦੇ ਉੱਤੋਂ ਦੀ ਅੰਦਰ ਭੇਜਿਆ, ਉਹ ਡਿੱਗ ਪਿਆ, ਉਹਦੀ ਲੱਤ ਟੁੱਟ ਗਈ। ਸਾਰੇ ਲੋਕ ਹੱਸਣ ਲੱਗ ਗਏ ਵੀ ਦੇਖ ਪਹਿਲਾਂ ਨਹੀਂ ਸੀ ਆਉਂਦਾ, ਹੁਣ 5 ਰੁਪਈਏ ਦੇ ਲਾਲਚ ਆਪਣੇ ਮੁੰਡੇ ਨੂੰ ਭੇਜਿਆ ਹੈ। ਸੋ ਬਾਅਦ 'ਚ ਫਿਰ ਗੁਰੂ ਮਹਾਰਾਜ ਨੇ ਸਮਝਾਇਆ ਉਸ ਨੂੰ, ਭਾਈ ਇਹਨਾਂ ਗੱਲਾਂ 'ਚ ਨਹੀਂ ਪਈਦਾ ਹੁੰਦਾ। ਫਿਰ ਗੁਰੂ ਬਣਨ ਤੋਂ ਬਾਅਦ 21ਵੀਂ ਵਾਰ ਆਪ ਜੀ ਪ੍ਰਚਾਰ ਕਰਨ ਤੁਰ ਪਏ ਵੀ ਪ੍ਰਚਾਰ ਕਰਨ ਜਾਈਏ ਸਿੱਖ ਧਰਮ ਦਾ। ਉਹ ਪ੍ਰਚਾਰ ਕਰਦੇ ਕਰਦੇ ਉਹ ਦੁਰਗਾ ਦਾ ਪਿੰਡ, ਜੈਸੇ ਪਲਾਣਾ ਪਿੰਡ, ਉੱਥੇ ਪਹੁੰਚ ਗਏ। ਸਿੱਖਾਂ ਨੂੰ ਕਹਿੰਦੇ ਪਤਾ ਕਰੋ ਵੀ ਦੁਰਗਾ ਦੱਤ ਪੰਡਤ ਜੇ ਜਿਉਂਦਾ ਹੈ, ਜੇ ਜਿਉਂਦਾ ਹੈ ਤਾਂ ਉਹਨੂੰ ਸੱਦ ਕੇ ਲਿਆ। ਗਏ, ਉਹ ਜਿਉਂਦਾ ਸੀ। ਉਹਨੂੰ ਦੱਸਿਆ ਵੀ ਇਸ ਤਰ੍ਹਾਂ ਆਏ ਨੇ, ਉਹ ਆ ਗਿਆ ਹੈ। ਗੁਰੂ ਮਹਾਰਾਜ ਸਤਿਕਾਰ ਕੀਤਾ, ਉਹ ਜੀ ਬੈਠੋ ਜੀ ਪੜ੍ਹੋ। ਕਹਿੰਦੇ ਪੰਡਿਤ ਜੀ ਤੁਹਾਡੀ ਭਵਿੱਖਬਾਣੀ ਠੀਕ ਹੋ ਗਈ ਹੈ, ਮੰਗੋ ਕੀ ਮੰਗਦੇ ਹੋ? ਉਹ ਕਹਿੰਦੇ ਮਹਾਰਾਜ ਜੀ ਵੀ ਜੇ ਤਾਂ ਮੈਂ ਮਾਇਆ ਮੰਗੀ, ਠੀਕ ਹੈ, ਮੈਂ ਅਮੀਰ ਹੋ ਜਾਵਾਂਗਾ, ਪਰ ਅਧਿਆਤਮਿਕ ਤੌਰ 'ਤੇ ਮੈਂ ਉਹੋ ਜਿਹੀ ਰਹਿ ਜਾਵਾਂਗਾ। ਅਤੇ ਜੇ ਮੈਂ ਮੁਕਤੀ ਮੰਗਦਾ ਹਾਂ ਤਾਂ ਫਿਰ ਮੈਂ ਗਰੀਬ ਦਾ ਗਰੀਬ ਰਹਿ ਜਾਵਾਂਗਾ, ਚਲੋ ਮੁਕਤ ਹੋ ਜਾਵਾਂਗਾ। ਵੀ ਹੁਣ ਤੁਸੀਂ ਖੁਸ਼ ਹੋਏ ਤਰੁੱਠੇ ਹੋ, ਕਿਰਪਾ ਕਰਕੇ ਮੈਨੂੰ ਮਾਇਆ ਵੀ ਦੇ ਦਿਓ, ਮੈਨੂੰ ਮੁਕਤੀ ਵੀ ਦੇ ਦਿਓ। ਅਤੇ ਗੁਰੂ ਮਹਾਰਾਜ ਨੇ ਖੁਸ਼ ਹੋ ਕੇ ਦੋਨੋਂ ਦਾਤਾ ਦੇ ਦਿੱਤੀ ਕਿ ਲਓ ਤੁਸੀਂ ਅਮੀਰ ਵੀ ਹੋ ਜਾਓਗੇ ਅਤੇ ਤੁਸੀਂ ਸਰੀਰ ਤਿਆਗਣ ਤੋਂ ਬਾਅਦ ਮੁਕਤ ਵੀ ਹੋ ਜਾਓਗੇ। ਗੁਰੂ ਮਹਾਰਾਜ ਨੇ ਸਖਤ ਹੁਕਮ ਕਰਤਾ ਕਿ ਭਾਈ ਜਿਹੜਾ ਸਾਨੂੰ ਜਿਹਨੇ ਮਿਲਣਾ ਹੈ, ਪਹਿਲਾਂ ਸੰਗਤ ਦੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋ। ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ, ਚਾਹੇ ਕਿਸੇ ਵੀ ਜਾਤ ਦਾ ਹੈ। ਹੁਣ ਦਾ ਮਤਲਬ ਸੀ ਇਸ ਤਰ੍ਹਾਂ ਜਾਤ ਪਾਤ ਖਤਮ ਹੋਵੇਗੀ, ਕਿਉਂਕਿ ਪਹਿਲਾਂ ਛੂਤ ਛਾਤ ਜਾਤ ਪਾਤ ਦਾ ਬਹੁਤ ਜ਼ਿਆਦਾ ਅਸਰ ਸੀ।
ਇਹ ਤਾਂ ਪੰਜਾਬ 'ਚ ਘਟਿਆ, ਬਾਕੀ ਸਟੇਟਾਂ 'ਚ ਅਜੇ ਵੀ ਉਹੀ ਹਾਲ ਹੈ। ਇਹਦੇ ਕੋਈ ਬਹੁਤਾ ਫਰਕ ਨਹੀਂ ਪਿਆ। ਇੱਥੇ ਤਾਂ ਬਾਣੀ ਦਾ ਪ੍ਰਭਾਵ ਬਹੁਤ ਜ਼ਿਆਦਾ, ਗੁਰੂਆਂ ਦਾ ਪ੍ਰਭਾਵ ਹੋਣ ਕਰਕੇ। ਲੋ ਜੀ, ਜਦ ਉਹਨਾਂ ਗੁਰੂ ਮਹਾਰਾਜ ਹੁਕਮ ਕਰਤਾ ਕਿ ਪਹਿਲਾਂ ਪੰਗਤ 'ਚ ਬੈਠੋ, ਲੰਗਰ ਛਕੋ, ਫਿਰ ਸਾਡੀ ਸੰਗਤ ਕਰਨੀ। ਇਸ ਤਰ੍ਹਾਂ ਕੁਝ ਸਮੇਂ ਬਾਅਦ ਰਾਜਾ ਅਕਬਰ ਅੱਗੇ ਨੂੰ ਜਾ ਰਿਹਾ ਸੀ। ਉਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਦੀ ਗੱਦੀ 'ਤੇ ਤੀਸਰੇ ਪਾਤਸ਼ਾਹ ਤੇ ਨੇ। ਉਹਨੇ ਕਿਹਾ ਚਲੋ ਮਿਲਦੇ ਚੱਲਦੇ। ਕਈ ਬੰਦੇ ਧਾਰਮਿਕ ਹੁੰਦੇ ਨੇ, ਕਈ ਬੰਦੇ ਤਾਂ ਆਪਣੇ ਧਰਮ ਤੋਂ ਬਿਨਾਂ ਦੇਖਣ ਨੂੰ ਧਾਰਮਿਕ ਹੁੰਦੇ ਨੇ, ਪਰ ਆਪਣੇ ਧਰਮ ਤੋਂ ਬਿਨਾਂ ਹੋਰ ਕਿਸੇ ਧਰਮ ਨੂੰ ਪਸੰਦ ਹੀ ਨਹੀਂ ਕਰਦੇ। ਪਰ ਨਹੀਂ, ਕਈ ਹੁੰਦੇ ਨੇ ਵੀ ਠੀਕ ਹੈ, ਕੋਈ ਮਹਾਤਮਾ ਬੈਠਾ, ਚਲੋ ਫਾਇਦਾ ਉਠਾਉਂਦੇ, ਕੋਈ ਵਿਚਾਰ ਵਟਾਂਦਰਾ ਕਰਦੇ। ਮਹਾਤਮਾ ਦਾ ਆਪਣਾ ਧਰਮ ਕੋਈ ਨਹੀਂ ਹੁੰਦਾ। ਇਹ ਤਾਂ ਅਸੀਂ ਉਹਨਾਂ ਨੂੰ ਧਰਮਾਂ 'ਚ ਘਸੀਟ ਲੈਂਦੇ ਹਾਂ। ਖੈਰ, ਅਕਬਰ ਆਇਆ ਹੈ। ਸਿੱਖਾਂ ਨੇ ਦੱਸਿਆ ਜੀ ਦੇਖੋ ਇੱਥੇ ਅਸੂਲ ਹੈ ਵੀ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕੋ, ਫਿਰ ਗੁਰੂ ਮਹਾਰਾਜ ਨੂੰ ਮਿਲਣਾ। ਕਹਿੰਦੇ ਭਾਈ ਸਾਡੇ ਨਾਲ ਤਾਂ ਬਹੁਤ ਦਰਬਾਰੀ ਮੰਤਰੀ ਨੇ। ਕਹਿੰਦੇ ਭਾਵੇਂ ਕਿੰਨੇ ਹੀ ਹੋਣ, ਜੋ ਕੋਈ ਗੱਲ ਨਹੀਂ ਹੈ। ਅਕਬਰ ਬੜਾ ਖੁਸ਼ ਹੈ, ਬੈਠ ਕੇ ਲੰਗਰ ਪਾਣੀ ਛਕਿਆ। ਗੁਰੂ ਮਹਾਰਾਜ ਮਿਲਿਆ, ਧਰਮ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਪੁੱਛਿਆ ਵੀ ਤੁਹਾਡਾ ਲੰਗਰ ਕਿਵੇਂ ਚੱਲਦਾ? ਕਿ ਜੀ ਦਿਨ ਰਾਤ ਚੱਲਦਾ ਹੈ, ਕਿਸੇ ਵੇਲੇ ਵੀ ਕੋਈ ਮੁਸਾਫਿਰ ਲੋੜਵੰਦ ਆ ਸਕਦਾ, ਉਹਨੂੰ ਦਿਨੇ ਵੀ ਲੰਗਰ ਮਿਲਦਾ, ਰਾਤ ਨੂੰ ਵੀ ਲੰਗਰ ਮਿਲਦਾ ਹੈ। ਇਹ ਫਿਰ ਖਰਚਾ ਕਿੱਥੋਂ ਆਉਂਦਾ? ਕਹਿ ਜੀ ਸੰਗਤ ਦਾ ਚੜਾਵਾ ਹੁੰਦਾ, ਇਹ ਸੰਗਤ ਦੇ ਖਰਚੇ ਦੇ ਨਾਲ ਚੱਲਦੀ ਹੈ। ਕਹਿੰਦੇ ਫਿਰ ਤਾਂ ਖਰਚਾ ਬਹੁਤ ਆਉਂਦਾ ਹੋਣਾ? ਕਹਿੰਦੇ ਹਾਂ, ਫਿਰ ਗੁਰੂ ਮਹਾਰਾਜ ਕਿਰਪਾ ਕਰ ਦੇਣ, ਆਪੇ ਭੇਜੀ ਜਾਂਦੇ ਨੇ। ਫਿਰ ਰਾਜੇ ਨੇ ਕਿਹਾ ਵੀ ਮੈਂ ਤੁਹਾਨੂੰ ਜਗੀਰ ਲਾ ਦੇਣਾ ਲੰਗਰ, ਵੀ ਉਹਦਾ ਜਿਹੜੀ ਆਮਦਨ ਹੋਵੇਗੀ ਉਸ ਤੋਂ ਤੁਸੀਂ ਲੰਗਰ ਲਾਇਆ ਕਰੋ। ਗੁਰੂ ਮਹਾਰਾਜ ਕਹਿੰਦੇ ਅਸੀਂ ਦੇਖੋ ਜੀ ਕਿਸੇ ਇੱਕ ਬੰਦੇ ਦੀ ਕਮਾਈ ਦਾ ਅਸੀਂ ਲੰਗਰ ਨਹੀਂ ਲਾਉਣਾ, ਅਸੀਂ ਤਾਂ ਸੰਗਤ ਵੱਲੋਂ ਲੰਗਰ ਲਾਉਣਾ। ਕਿਸੇ ਅਹਿਲਕਾਰ ਨੇ ਦੱਸਿਆ ਵੀ ਇਹਨਾਂ ਜਿਹੜੀ ਵੱਡੀ ਸਪੁੱਤਰੀ ਹੈ ਬੀਬੀ ਭਾਨੀ, ਉਹ ਬਹੁਤ ਉੱਚੀ ਅਵਸਥਾ ਦੀ ਹੈ। ਫਿਰ ਅਕਬਰ ਨੇ 12 ਪਿੰਡਾਂ ਦਾ ਪਟਾ ਬੀਬੀ ਭਾਨੀ ਦੇ ਨਾਂ ਕਰਤਾ ਵੀ ਇਹ ਜਿੰਨਾ ਮਾਮਲਾ 12 ਪਿੰਡਾਂ ਦਾ ਹੋਵੇਗਾ ਉਹ ਸਾਰਾ ਬੀਬੀ ਭਾਨੀ ਕੋਲੇ ਆਵੇਗਾ ਅਤੇ ਇੱਥੇ ਲੰਗਰ 'ਚ ਲੱਗੇਗਾ। ਅਕਬਰ ਮਿਲ ਕੇ ਚਲਿਆ ਗਿਆ। ਫਿਰ ਉਸ ਵੇਲੇ ਨਾ ਸਤੀ ਦਾ ਬੜਾ ਰਿਵਾਜ ਸੀ। ਪਤੀ ਦੇ ਮਰਨ ਤੋਂ ਬਾਅਦ ਔਰਤ ਨੂੰ ਅੱਗ ਵਿੱਚ ਸੜ ਦਿੱਤਾ ਜਾਂਦਾ ਸੀ, ਜਾਂ ਉਹ ਆਪ ਸੜ ਜਾਂਦੇ ਸੀ ਵੀ ਮੈਂ ਪਤੀ ਤੋਂ ਬਿਨਾਂ ਕੀ ਕਰਾਂਗੀ ਰਹਿ ਕੇ। ਅਤੇ ਕੁਝ ਇਹ ਖਿਆਲ ਸੀ ਵੀ ਜਿੱਥੇ ਪਤੀ ਜਾਵੇਗਾ ਇਹਦੇ ਨਾਲ ਜੇ ਮੈਂ ਸੜ ਕੇ ਮਰਾਂਗੀ ਨਾ, ਮੈਂ ਇਹਦੇ ਨਾਲ ਹੀ ਚਲੀ ਜਾ ਜਿੱਥੇ ਜਾਏਗਾ। ਪਰ ਇਹ ਨਹੀਂ ਸੀ ਪਤਾ ਵੀ ਇਹ ਤਾਂ ਆਪਣੇ ਆਪਣੇ ਕਰਮਾਂ ਅਨੁਸਾਰ ਜਾਣਾ ਹੁੰਦਾ, ਰਿਸ਼ਤੇ ਅਨੁਸਾਰ ਨਹੀਂ ਜਾਣਾ ਹੁੰਦਾ। ਸਤੀ ਦੀ ਰਸਮ ਇੰਨੀ ਭੈੜੀ ਸਮਾਂ ਪਾ ਕੇ ਹੋ ਗਈ ਕਿ ਜੇ ਕੋਈ ਬੀਬੀ ਨਹੀਂ ਸੀ ਸਤੀ ਹੋਣਾ ਚਾਹੁੰਦੀ, ਲੋਕ ਚੱਕ ਕੇ ਉਹਨੂੰ ਅੱਗੇ ਸੁੱਟਦੇ ਕਰਦੇ ਸੀ ਵੀ ਤੇਰੀ ਫਿਰ ਮੁਕਤੀ ਕਿਵੇਂ ਹੋਏਗੀ ਤੂੰ। ਗੁਰੂ ਮਹਾਰਾਜ ਦੇਖਿਆ ਵੀ ਇਹ ਰਸਮ ਠੀਕ ਨਹੀਂ ਹੈ, ਕਿਸੇ ਨੂੰ ਧੱਕੇ ਨਾਲ ਸਾੜਨਾ ਇਹ ਠੀਕ ਨਹੀਂ। ਗੁਰੂ ਮਹਾਰਾਜ ਨੇ ਹੁਕਮ ਕਰਤਾ ਕਿ ਜੋ ਵੀ ਸਾਡਾ ਸਿੱਖ ਹੈ ਉਹਨਾਂ 'ਚ ਕੋਈ ਵੀ ਸਤੀ ਦੀ ਰਸਮ ਨਹੀਂ ਮੰਨੇਗਾ। ਕੋਈ ਵੀ ਸਿੱਖ ਬੀਬੀ ਆਪਣੇ ਪਤੀ ਦੇ ਸਵਰਗਵਾਸ ਹੋਣ ਤੋਂ ਬਾਅਦ ਸੜ ਕੇ ਨਹੀਂ ਮਰੇਗੀ। ਉਹ ਦੁਬਾਰਾ ਸ਼ਾਦੀ ਕਰਾ ਸਕਦੀ ਹੈ ਜਾਂ ਵੈਸੇ ਭਜਨ ਬੰਦਗੀ 'ਚ ਆਪਣਾ ਜੀਵਨ ਬਤੀਤ ਕਰ ਸਕਦੀ, ਇਸ ਤਰ੍ਹਾਂ ਕਰ ਸਕਦੀ ਹੈ। ਸਤੀ ਨਹੀਂ ਅੱਗੇ ਤੋਂ ਆਏਗੀ। ਸਤੀ ਦੀ ਰਸਮ ਬੰਦ ਕਰ ਦਿੱਤੀ। ਉਹਦੇ ਘੁੰਡ ਕੱਢਣ ਦਾ ਬੜਾ ਰਿਵਾਜ਼ ਹੁੰਦਾ ਸੀ। ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੂ ਧਰਮ 'ਚ ਘੁੰਡ ਨਹੀਂ ਸੀ ਕੱਢਿਆ ਜਾਂਦਾ, ਘੁੰਡ ਕੱਢਣ ਦਾ ਰਿਵਾਜ਼ ਨਹੀਂ ਸੀ। ਜਦੋਂ ਮੁਸਲਮਾਨ ਆਏ, ਇਹ ਸੁੰਦਰ ਔਰਤਾਂ, ਹਿੰਦੂਆਂ ਦੀਆਂ ਸੁੰਦਰ ਔਰਤਾਂ ਨੂੰ ਵੇਖ ਕੇ ਚੱਕੇ ਲੈ ਕੇ ਧੱਕੇ ਨਾਲ ਉਹਨਾਂ ਨਾਲ ਵਿਆਹ ਕਰਾ ਲਿਆ ਕਰਦੇ ਸਨ। ਕੁਛ ਜਿਹੜਾ ਸੀ, ਜਿਹੜੀ ਮੁਸਲਮਾਨ ਬੀਬੀਆਂ ਸਨ ਇਹ ਬੁਰਕਾ ਪਾਇਆ ਕਰਦੀਆਂ ਸਨ। ਉਹਨਾਂ ਨੂੰ ਵੇਖ ਵੇਖ ਕੇ ਹਿੰਦੂ ਬੀਬੀਆਂ, ਉਹਨਾਂ ਨੂੰ ਵੇਖ ਕੇ ਸਿੱਖ ਬੀਬੀਆਂ ਵੀ ਘੁੰਡ ਕੱਢਣ ਲੱਗ ਪਈਆਂ। ਘੁੰਡ ਦਾ ਰਿਵਾਜ਼ ਹੋ ਗਿਆ। ਗੁਰੂ ਮਹਾਰਾਜ ਹੁਕਮ ਕਰਤਾ ਵੀ ਜਿਹੜੀ ਬੀਬੀ ਇੱਥੇ ਸਤਸੰਗ 'ਚ ਆਵੇਗੀ ਉਹ ਘੁੰਡ ਕੱਢ ਕੇ ਨਹੀਂ ਆਵੇਗੀ, ਉਹ ਇੱਥੇ ਨੰਗੇ ਮੂੰਹ ਬੈਠੇਗੀ। ਸੋ ਇਸ ਲਈ ਉਹਨਾਂ ਨੇ ਜਿਹੜੇ ਘੁੰਡ ਕੱਢਣ ਦਾ ਰਿਵਾਜ਼ ਇਹ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਸਮਾਂ ਪਾ ਕੇ ਪਿੰਡਾਂ 'ਚ ਅਨਪੜ੍ਹ ਤਬਕਾ ਫਿਰ ਵੀ ਘੁੰਡ ਕੱਢੀ ਗਿਆ। ਮੈਂ ਦੇਖਿਆ
ਵੀ ਭਰਜਾਈਆਂ ਸ਼ੁਰੂ ਘੁੱਡ ਕੱਢਦੀਆਂ ਸਨ। ਫਿਰ ਹੌਲੀ ਹੌਲੀ ਪੜ੍ਹਾਈਆਂ ਸ਼ੁਰੂ ਹੋ ਗਈਆਂ। ਜਿਉਂ ਲੜਕੀਆਂ ਪੜ੍ਹ ਪੁੜ ਗਈਆਂ, ਹੌਲੀ ਹੌਲੀ ਮਾਂ ਪਿਓ ਵੀ ਪੜ੍ਹ ਪੁੜ ਗਏ, ਇਹ ਘੁੱਡ ਦਾ ਰਿਵਾਜ਼ ਖਤਮ ਹੋ ਗਿਆ। ਨਹੀਂ ਤਾਂ ਪਿੰਡਾਂ ਦੇ ਵਿੱਚ ਜਿੰਨੀਆਂ ਅਨਪੜ੍ਹ ਬੀਬੀਆਂ ਅਜੇ ਵੀ ਘੁੰਡ ਕੱਢਿਆ ਕਰਦੀਆਂ ਸਨ। ਪੂਰਾ ਨਹੀਂ ਸੀ ਕੱਢਦੀਆਂ। ਸਹੁਰਾ ਜੇਠ ਆਇਆ, ਆਹ ਕੱਪੜਾ ਅੱਗੇ ਨੂੰ ਐਂ ਕਰ ਲੈਣਾ ਪੱਲਾ ਥੋੜ੍ਹਾ ਜਿਹਾ, ਹਾਂ ਉਹਨੇ ਅਗਲੇ ਲੰਘ ਜਾਣਾ। ਇਹੀ ਕਾਰਨ ਸੀ ਕਿ ਪਹਿਲਾਂ ਬਜ਼ੁਰਗ ਜਿਹੜੇ ਜਦੋਂ ਘਰ ਵੜਦੇ ਖੰਗੂਰਾ ਮਾਰਿਆ ਕਰਦੇ ਸਨ, ਤਾਂ ਜੇ ਕੋਈ ਬੀਬੀ ਕਿਸੇ ਵੀ ਹਾਲਤ 'ਚ ਬੈਠੀ ਉਹਨੂੰ ਪਤਾ ਲੱਗ ਜੇ ਕੋਈ ਵੱਡੀ ਉਮਰ ਦਾ ਆਇਆ ਹੈ, ਉਹ ਸਾਵਧਾਨ ਹੋ ਜੇ ਅਤੇ ਆਪਣਾ ਘੁੰਡ ਕੱਢ ਲੈ। ਇਹ ਖੰਗੂਰੇ ਮਾਰਨ ਦੇ ਵਾਸਤੇ ਵੀ ਕੋਈ ਨਾ ਕੋਈ ਪਤਾ ਲੱਗ ਜਾਵੇ। ਹਾਂਜੀ, ਖੈਰ ਆਪ ਜੀ ਨੇ ਪਰਦੇ ਦੀ ਰਸਮ, ਸਤੀ ਦੀ ਰਸਮ ਇਹ ਬੰਦ ਕਰਵਾਤੇ, ਅਤੇ ਕਿਉਂਕਿ ਹੁਕਮ ਕਰ ਦਿੱਤਾ ਹੈ ਕਿ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਤਾਂ ਜੋ ਛੂਤ ਛਾਤ ਖਤਮ ਹੋ ਜਾਏ। ਇਹ ਤਿੰਨੋਂ ਚੀਜ਼ਾਂ ਬਹੁਤ ਜ਼ਿਆਦਾ ਸਨ ਉਸ ਵੇਲੇ ਹਿੰਦੁਸਤਾਨ ਦੇ। ਗੁਰੂ ਮਹਾਰਾਜ ਨੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਗੋਇੰਦਵਾਲ ਸਾਹਿਬ ਦੇ ਨਜ਼ਦੀਕ ਇੱਕ ਪਿੰਡ ਹੈ ਤਲਵੰਡੀ। ਤਲਵੰਡੀ ਪਿੰਡ ਦਾ ਇੱਕ ਲੰਗੜਾ ਸਿੱਖ ਹਰ ਰੋਜ਼ ਗੁਰੂ ਮਹਾਰਾਜ ਲਈ ਦਹੀਂ ਆਪਣੇ ਪਿੰਡੋਂ ਗੋਇੰਦਵਾਲ ਸਾਹਿਬ ਲੈ ਕੇ ਜਾਇਆ ਕਰਦਾ ਸੀ। ਕਈ ਸਾਲ ਲਿਜਾਂਦਾ ਰਿਹਾ। ਉਹ ਜਿਹੜਾ ਪਿੰਡ ਸੀ ਉਸ ਤੋਂ ਬਿਨਾਂ, ਉਸ ਲੰਗੜੇ ਸਿੱਖ ਤੋਂ ਬਿਨਾਂ ਬਾਕੀ ਜਿਹੜੇ ਸਾਰੇ ਸਨ ਇਹ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਸਨ, ਨਾਸਤਕ ਸਨ। ਪਿੰਡ ਦਾ ਚੌਧਰੀ ਇੱਕ ਦਿਨ ਟੱਕਰ ਗਿਆ ਉਸਨੂੰ, ਕਹਿੰਦਾ ਲੰਗੜਿਆ ਤੂੰ ਕਿੱਥੇ ਜਾਂਦਾ ਰੋਜ਼? ਕਹੇ ਜੀ ਮੈਂ ਗੁਰੂ ਅਮਰਦਾਸ ਮਹਾਰਾਜ ਨਾਲ ਦਹੀਂ ਲੈ ਕੇ ਜਾਂਦਾ, ਉਹ ਦਹੀਂ ਨਾਲ ਰੋਟੀ ਖਾਂਦੇ ਨੇ। ਕਹਿੰਦਾ ਲੰਗੜਿਆ ਜਿਸ ਗੁਰੂ ਲਈ ਤੂੰ ਇੰਨੇ ਸਾਲਾਂ ਤੋਂ ਦਹੀਂ ਲੈ ਕੇ ਜਾ ਰਿਹਾ ਉਹਨਾਂ ਨੂੰ ਕਹਿੰਦੇ ਮੇਰੀ ਲੱਤ ਠੀਕ ਕਰ ਦਿਓ ਜੀ। ਉਹਨੇ ਕੁਛ ਨਹੀਂ ਅੱਗੋਂ ਕਿਹਾ। ਬਈ ਤਗੜਾ ਬੰਦਾ, ਤਗੜੇ ਦਾ 37-20 ਹੁੰਦਾ। ਤਗੜੇ ਕੇ ਕੌਣ ਬੋਲੇ? ਕਹਾਵਤ ਹੈ ਤਗੜਾ ਮਾਰੇ ਵੀ ਰੋਣ ਵੀ ਨਾ ਦੇਵੇ। ਤੁਹਾਡਾ ਬੱਚਾ ਤੁਸੀਂ ਨੂੰ ਥੱਪੜ ਮਾਰਿਆ, ਉਹ ਰੋਂਦਾ, ਫਿਰ ਤੂੰ ਕਹੇ ਚੁੱਪ ਕਰਦਾ ਕਿ ਲਾਵਾਂ ਹੋਰ? ਕਹਾਵਤ ਬੜੀ ਤਕੜਾ ਮਾਰੇ ਵੀ ਰੋਣ ਵੀ ਨਾ ਦੇਵੇ। ਤਕੜੇ ਦਾ 37-20 100। ਹੁਣ ਤਾਂ 5-20 ਦਾ 100 ਹੁੰਦਾ ਨਾ, ਤਕੜੇ ਦਾ 140 ਦਾ ਹੁੰਦਾ 100। ਤਕੜੇ ਦੀ ਗੱਲ ਹੈ। ਵਿਚਾਰਾ ਕੁਛ ਨਹੀਂ ਬੋਲਿਆ, ਉਦਾਸ ਹੈ। ਗੁਰੂ ਮਹਾਰਾਜ ਜਾਣੀ ਜਾਣ ਸਨ। ਜਾ ਕੇ ਦਹੀਂ ਰੱਖਿਆ। ਗੁਰੂ ਮਹਾਰਾਜ ਕਹਿੰਦੇ ਵੀ ਕੀ ਸਿੱਖਾ ਅੱਜ ਉਦਾਸ ਲੱਗਦਾ? ਕਹੇ ਜੀ ਆਹ ਗੱਲ ਹੋ ਗਈ। ਚੌਧਰੀ ਮੈਨੂੰ ਇਸ ਦਾ ਕਿਹਾ, ਕਹਿੰਦੇ ਐਂ ਕਰ, ਬਾਹਰ ਨਾ ਬਾਬਾ ਬੁੱਢਾ ਜੀ ਵਾਣ ਵਾਣ ਕੁੱਟ ਰਹੇ ਨੇ, ਉਹਨਾਂ ਨੂੰ ਜਾ ਕੇ ਕਹਿ ਦੇ ਵੀ ਜੀ ਮੇਰੀ ਲੱਤ ਠੀਕ ਕਰ ਦਿਓ। ਅੱਗੋਂ ਬਾਬਾ ਬੁੱਢਾ ਜੀ ਜਾਣੀ ਜਾਣ ਸਨ ਵੀ ਮੇਰੇ ਕੋਲ ਭੇਜ ਰਹੇ ਨੇ। ਉਹ ਜਦੋਂ ਆਇਆ ਕਹਿੰਦੇ ਬਾਬਾ ਜੀ ਗੁਰੂ ਮਹਾਰਾਜ ਨੇ ਕਿਹਾ ਵੀ ਮੇਰੀ ਲੱਤ ਠੀਕ ਕਰ ਦਿਓ। ਉਹਨਾਂ ਜਿਹੜੀ ਸੋਟੀ ਜਿਹਦੇ ਵਾਣ ਕੁੱਟ ਰਹੇ ਸਨ ਉਹੀ ਮਾਰੀ ਸੋਟੀ ਉਹਦੀ ਲੱਤ 'ਤੇ। ਕਹਿੰਦੇ ਠੀਕ ਕਰਨਾ ਆਪ, ਨਾਮ ਮੇਰਾ। ਜਦੋਂ ਸੋਟੀ ਮਾਰੀ ਲੱਤ ਠੀਕ ਹੋ ਗਈ। ਉਹ ਤੇ ਪਿੰਡ ਨੂੰ ਭੱਜਿਆ ਹੀ ਜਾਂਦਾ ਖੁਸ਼ੀ 'ਚ, ਵਿਆਹ ਮੇਰੇ ਲੱਤਾਂ ਠੀਕ ਹੋ ਗਈ। ਅੱਗੋਂ ਉਹੀ ਚੌਧਰੀ ਫਿਰ ਟੱਕਰ ਗਿਆ। ਉਹ ਹੱਕਾ ਬੱਕਾ ਹੋ ਗਿਆ ਵੀ ਇਹ ਤਾਂ ਠੀਕ ਠਾਕ ਆ ਰਿਹਾ ਹੈ। ਉਹ ਕਹਿੰਦਾ ਇਹ ਤੈਨੂੰ ਕਿਹਨੇ ਠੀਕ ਕੀਤਾ? ਕਹਿੰਦੇ ਗੁਰੂ ਮਹਾਰਾਜ ਨੇ ਠੀਕ ਕੀਤਾ। ਕਹਿੰਦੇ ਮੈਨੂੰ ਵੀ ਲੈ ਚੱਲ। ਉਹ ਵੀ ਚਲੇ ਗਿਆ, ਉਹ ਵੀ ਗੁਰੂ ਮਹਾਰਾਜ ਦਾ ਸਿੱਖ ਹੋ ਗਿਆ। ਉਹਨੂੰ ਚੌਧਰੀ ਨੂੰ ਵੇਖ ਕੇ ਵੀ ਇਹ ਸੁੱਖ ਕਿ ਸਾਰੇ ਪਿੰਡ ਦੇ ਹੀ ਵਸਨੀਕ ਜਿਹੜੇ ਸਨ ਉਹ ਗੁਰੂ ਮਹਾਰਾਜ ਦੇ ਸਿੱਖ ਹੋ ਗਏ। ਹੁਣ ਗੁਰੂ ਮਹਾਰਾਜ ਨੇ ਸੋਚਿਆ ਵੀ ਮੇਰੀ ਤਾਂ ਉਮਰ ਬਹੁਤ ਹੋ ਗਈ ਹੈ। ਉਦੋਂ ਆਵਾਜਾਈ ਦੇ ਸਾਧਨ ਵੀ ਨਹੀਂ ਸਨ ਹੁੰਦੇ। ਬਈ ਹੁਣ ਸਿੱਖ ਜਿਹੜੇ ਨੇ ਅੱਡ ਥਾਵਾਂ 'ਤੇ ਰਹਿੰਦੇ ਨੇ। ਵੀ ਐਂ ਕਰੀਏ ਸਾਰੇ ਹਿੰਦੁਸਤਾਨ ਨੂੰ 12 ਹਿੱਸਿਆਂ 'ਚ ਵੰਡਿਆ ਜਾਵੇ, ਜਿਵੇਂ ਸਟੇਟਾਂ ਨੇ ਅੱਜ ਕੱਲ੍ਹ ਹੈ। ਬਈ ਫਿਰ ਹਰ ਥਾਂ 'ਤੇ ਇੱਕ ਜਿਹੜਾ ਵਿਦਵਾਨ ਹੈ ਸਿੱਖ ਧਰਮ ਬਾਰੇ ਉਹਨੂੰ ਉੱਥੇ ਭੇਜਿਆ ਜਾਵੇ। ਉਹਨੂੰ ਕਹਿੰਦੇ ਸੀ ਮੰਜੀ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਨੇ ਸਾਰੇ ਹਿੰਦੁਸਤਾਨ 'ਚ 22 ਮੰਜੀਆਂ ਸਥਾਪਿਤ ਕੀਤੀਆਂ। ਅੱਡ ਥਾਵਾਂ 'ਤੇ ਜਿਹੜਾ ਪ੍ਰਚਾਰ ਦੇ ਕੇਂਦਰ ਤਿਆਰ ਕੀਤੇ। ਉਹ ਜਿਹੜੇ ਫਿਰ ਇੰਚਾਰਜ ਹੁੰਦੇ ਸਨ, ਸਮਾਂ ਪਾ ਕੇ ਉਹਨਾਂ ਦਾ ਨਾਮ ਮਸੰਦ ਪੈ ਗਿਆ। ਉਹਨਾਂ ਦਾ ਕੰਮ ਕੀ ਸੀ ਵੀ
ਸੰਗਤ ਜਿਹੜੀ ਸ਼ਰਧਾਲੂ ਸੰਗਤ ਸੀ ਉਸ ਤੋਂ ਦਸਵੰਧ ਇਕੱਠਾ ਕਰਨਾ। ਹਰ 6 ਮਹੀਨੇ ਬਾਅਦ ਹਾੜੀ ਸੌਣੀ ਨੂੰ ਦਸਵੰਧ ਇਕੱਠਾ ਕਰਦੇ ਸਨ ਅਤੇ ਗੋਇੰਦਵਾਲ ਸਾਹਿਬ ਪਹੁੰਚਾਇਆ ਕਰਦੇ ਸਨ। ਉਹਨਾਂ ਨੇ ਇਹ ਵੀ ਅਧਿਕਾਰ ਦਿੱਤਾ ਸੀ ਕਿ ਤੁਸੀਂ ਸਿੱਖਾਂ ਨੂੰ ਗੁਰਮੰਤਰ ਦੇ ਸਕਦੇ ਹੋ, ਵੀ ਐਡੀ ਦੂਰ ਸਾਡੇ ਕੋਲ ਨਹੀਂ ਆ ਸਕਦੇ। ਉਹਨਾਂ ਗੁਰਮੰਤਰ ਦੇਣਾ ਸ਼ੁਰੂ ਕਰਤਾ ਅਤੇ ਜਿਹੜੇ ਗੁਰਮੰਤਰ ਲੈ ਲੈਂਦੇ ਸਨ ਫਿਰ ਉਹਨਾਂ ਨੂੰ ਵਿਸਾਖੀ ਅਤੇ ਦੀਵਾਲੀ ਨੂੰ ਅਤੇ ਗੁਰੂ ਮਹਾਰਾਜ ਕੋਲ ਲੈ ਕੇ ਆਇਆ ਕਰਦੇ ਸਨ। ਇਸ ਤਰ੍ਹਾਂ ਆਪ ਜੀ ਨੇ ਜਿਹੜਾ ਪ੍ਰਚਾਰ ਕੇਂਦਰ ਖੋਲ੍ਹਤੇ, ਇਸ ਲਈ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਤਾਂ ਆਪ ਜਾ ਕੇ ਥਾਂ ਥਾਂ 'ਤੇ ਪ੍ਰਚਾਰ ਕਰਦੇ ਰਹੇ। ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਸਮਾਂ ਥੋੜ੍ਹਾ ਸੀ ਤਾਂ ਬਾਬਾ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਇਹ 22 ਕੇਂਦਰ ਖੋਲ੍ਹੇ ਤਾਂ ਜੋ ਸਿੱਖੀ ਦਾ ਪ੍ਰਚਾਰ ਹੋ ਸਕੇ। ਦੂਜੀ ਗੱਲ ਹੈ ਕਿ ਗੁਰੂ ਅਮਰਦਾਸ ਮਹਾਰਾਜ ਨੇ ਗੁਟਕੇ ਤਿਆਰ ਕੀਤੇ। ਗੁਰੂ ਨਾਨਕ ਦੇਵ ਬਾਣੀ ਦੇ, ਗੁਰੂ ਅੰਗਦ ਦੇਵ ਜੀ ਬਾਣੀ ਦੇ, ਆਪ ਜਿੰਨੀ ਉਹਨਾਂ ਨੇ ਬਾਣੀ ਲਿਖ ਲਈ, ਉਹ ਗੁਟਕੇ ਤਿਆਰ ਕਰਕੇ ਉਹ ਜਿਹੜੇ ਮੰਜੀਆਂ ਦੇ ਇੰਚਾਰਜ ਸਨ ਉਹਨਾਂ ਨੂੰ ਗੁਟਕੇ ਦਿੱਤੇ ਅਤੇ ਉਹਨਾਂ ਦੇ ਅੱਗੇ ਸੇਵਾ ਲਾਈ ਕਿ ਤੁਸੀਂ ਗੁਟਕੇ ਲਿਖਿਆ ਕਰੋ ਅਤੇ ਅੱਗੇ ਸਿੱਖ ਸੰਗਤ ਦੇ ਵਿੱਚ ਵੰਡਿਆ ਕਰੋ ਲਿਖ ਲਿਖ ਕੇ। ਸੋ ਇਸ ਪ੍ਰਕਾਰ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਉਹ ਫੈਲਣਾ ਸ਼ੁਰੂ ਹੋ ਗਿਆ। ਇਹੀ ਕਾਰਨ ਹੈ ਕਿ ਉਹ ਮਸੰਦ ਸਿਸਟਮ ਚੱਲਦਾ ਰਿਹਾ। ਜਦੋਂ ਦਸਮ ਪਾਤਸ਼ਾਹ ਦਾ ਸਮਾਂ ਆਇਆ, ਦਸਮ ਪਾਤਸ਼ਾਹ ਨੇ ਜਦੋਂ ਕਿਹਾ ਮੈਨੂੰ ਇੱਕ ਸਿਰ ਚਾਹੀਦਾ ਹੈ, ਦੇਖੋ ਤਾਂ ਲਾਹੌਰ ਦਾ ਇੱਕ ਬੰਦਾ ਖੜਾ ਹੋਇਆ। ਜਦੋਂ ਨੇ ਕਿਹਾ ਮੈਨੂੰ ਦੂਜਾ ਸਿਰ ਚਾਹੀਦਾ ਹੈ, ਦਿੱਲੀ ਦਾ ਖੜਾ ਹੋਇਆ। ਤੀਜਾ ਕਿਹਾ ਮੈਨੂੰ ਇੱਕ ਹੋਰ ਸਿਰ ਚਾਹੀਦਾ ਹੈ, ਗੁਜਰਾਤ ਦਾ ਖੜਾ ਹੋਇਆ। ਫਿਰ ਕਿਹਾ ਮੈਨੂੰ ਇੱਕ ਹੋਰ ਸਿਰ ਚਾਹੀਦਾ ਹੈ, ਉੜੀਸਾ ਦਾ ਖੜਾ ਹੋਇਆ। ਕਹਿੰਦੇ ਮੈਨੂੰ ਇੱਕ ਹੋਰ ਸਿਰ ਚਾਹੀਦਾ, ਕਰਨਾਟਕ ਦਾ ਖੜਾ ਹੋਇਆ। ਦੇਖੋ ਧਿਆਨ ਦੇਣਾ, ਇਹਦਾ ਮੈਂ ਸਿੱਖੀ ਉਦੋਂ ਸਾਰੇ ਹਿੰਦੁਸਤਾਨ 'ਚ ਫੈਲ ਚੁੱਕੀ ਸੀ, ਨਹੀਂ ਤਾਂ ਇੱਕ ਅੱਧੀ ਸਟੇਟ ਦੇ ਖੜੇ ਹੁੰਦੇ। ਅੱਡ ਅੱਡ ਸਟੇਟਾਂ ਦੇ ਬੰਦੇ ਸਨ। ਔਰ ਹੈਰਾਨੀ ਦੀ ਗੱਲ ਹੈ ਕਿ ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਛੀਂਬਾ ਹੈ, ਇੱਕ ਝਿਉਰ ਹੈ, ਇੱਕ ਨਾਈ ਹੈ। ਅੱਡ ਅੱਡ ਜਾਤਾਂ ਦੇ ਨੇ, ਅੱਡ ਅੱਡ ਜਾਤਾਂ ਦੇ ਨੇ ਔਰ ਅੱਡ ਅੱਡ ਸਟੇਟਾਂ ਤੋਂ ਨੇ। ਉਹਨਾਂ ਦੀ ਮਾਤ ਭਾਸ਼ਾ ਉਸ ਦਾ ਕੋਈ ਹੋਰ ਹੋਵੇ ਪਰ ਉਸ ਪੰਜਾਬੀ ਪ੍ਰਚਲਿਤ, ਉਹਨਾਂ ਆਪਸ 'ਚ ਗੱਲਬਾਤ ਪੰਜਾਬੀ 'ਚ ਕਰਦੇ ਸਨ, ਹੋ ਗਈ ਸੀ ਪ੍ਰਚਲਿਤ। ਇਹਦਾ ਮਤਲਬ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੇ ਕੇਂਦਰ ਸਥਾਪਿਤ ਕੀਤੇ ਇਹ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਲਾਭਦਾਇਕ ਸਾਬਤ ਹੋਏ। ਹੁਣ ਆਪ ਜੀ ਦੀ ਉਮਰ ਹੋ ਗਈ 95 ਸਾਲ ਦੀ। 73 ਸਾਲ ਦੀ ਉਮਰ 'ਚ ਆਪ ਜੀ ਗੁਰੂ ਬਣੇ। 22 ਸਾਲ ਗੁਰਗੱਦੀ 'ਤੇ ਰਹੇ। 95 ਸਾਲ ਦੀ ਉਮਰ ਹੋ ਗਈ ਹੈ। ਆਪ ਜੀ ਦੇਖਿਆ ਸਾਡਾ ਅੰਤਮ ਸਮਾਂ ਆ ਰਿਹਾ ਹੈ। ਨਿਗਾਹ ਮਾਰੀ ਹੈ ਕਿ ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਇਹ ਆਤਮਿਕ ਅਵਸਥਾ 'ਚ ਬਹੁਤ ਉੱਚੇ ਨੇ। ਇਹ ਦੋਨੋਂ ਹੀ ਜਵਾਈ ਨੇ। ਵੀ ਇਮਤਿਹਾਨ ਲੈ ਲੈਣਾ ਚਾਹੀਦਾ ਹੈ, ਜਿਹੜਾ ਪਾਸ ਹੋ ਗਿਆ ਉਹਨੂੰ ਗੁਰਗੱਦੀ ਦੇ ਦਾਂਗੇ। ਕਿਸੇ ਨੂੰ ਇਸ ਗੱਲ ਦਾ ਭੇਤ ਨਹੀਂ ਦਿੱਤਾ। ਇੱਕ ਦਿਨ ਭਰੀ ਸੰਗਤ ਦੇ ਵਿੱਚ ਗੁਰੂ ਮਹਾਰਾਜ ਦੋਨਾਂ ਨੂੰ ਸੱਦਿਆ। ਕਹਿੰਦੇ ਭਾਈ ਅਸੀਂ ਬਜ਼ੁਰਗ ਹੋ ਗਿਆ, ਹੁਣ ਨਾ ਤੁਸੀਂ 2 ਥੜੇ ਬਣਾਓ, ਇੱਕ ਪੂਰਬ ਵਾਲੇ ਪਾਸੇ ਇੱਕ ਪੱਛਮ ਵਾਲੇ ਪਾਸੇ, ਜਿੱਧਰ ਛਾਂ ਹੋਇਆ ਕਰੇਗੀ ਉੱਧਰਲੇ ਪਾਸੇ ਬਹਿ ਜਾ ਕਰਾਂਗੇ। ਇੰਨੇ ਲੰਮੇ, ਇੰਨੇ ਚੌੜੇ, ਇੰਨੇ ਉੱਚੇ ਥੜੇ ਬਣਾਉਣੇ। ਦੋਨਾਂ ਜਵਾਈਆਂ ਨੂੰ ਸਮਝਾਤਾ ਅਤੇ ਕਹਿੰਦੇ ਵੀ ਕੱਲ੍ਹ ਨੂੰ ਬਣਾਇਓ। ਭਾਈ ਜੇਠਾ ਜੀ ਅਤੇ ਭਾਈ ਰਾਮਾ ਜੀ ਥੜੇ ਬਣਾਉਣ ਲੱਗ। ਸ਼ਾਮ ਨੂੰ ਗੁਰੂ ਮਹਾਰਾਜ ਆਏ, ਸੰਗਤ ਵੀ ਨਾਲ ਹੈ। ਆ ਕੇ ਕਹਿੰਦੇ ਰਾਮਾ ਜੀ ਤੁਹਾਡਾ ਥੜਾ ਠੀਕ ਨਹੀਂ ਹੈ, ਇਹਨੂੰ ਢਾਹ ਕੇ ਨਾ ਕੱਲ੍ਹ ਨੂੰ ਫਿਰ ਬਣਾਓ। ਜੇਠਾ ਜੀ ਕੋਲ ਆਇਆ, ਜੇਠਾ ਜੀ ਤੁਹਾਡਾ ਥੜਾ ਠੀਕ ਨਹੀਂ ਹੈ, ਸਾਡੀ ਪਸੰਦ ਦਾ ਨਹੀਂ ਬਣਿਆ, ਢਾਹ ਕੇ ਕੱਲ੍ਹ ਨੂੰ ਬਣਾਇਓ। ਚਲੋ ਜੀ, ਅਗਲੇ ਦਿਨ ਦੋਨਾਂ ਨੇ ਫਿਰ ਬਣਾ ਤੇ। ਸ਼ਾਮ ਨੂੰ ਫਿਰ ਆਏ, ਕਹਿੰਦੇ ਨਾ ਭਾਈ ਜਿਹੋ ਜਿਹੇ ਅਸੀਂ ਤੁਹਾਨੂੰ ਕਿਹਾ ਸੀ ਉਹੋ ਜਿਹੇ ਤੁਸੀਂ ਥੜੇ ਨਹੀਂ ਬਣਾਏ, ਇਹਨਾਂ ਢਾਹ ਕੇ ਕੱਲ੍ਹ ਨੂੰ ਫਿਰ ਬਣਾਇਓ। ਤੀਜੇ ਦਿਨ ਦੋਨਾਂ ਨੇ ਫਿਰ ਬਣਾ ਤੇ। ਤੀਜੇ ਦਿਨ ਆ ਕੇ ਫਿਰ ਕਹਿੰਦੇ ਨਾ ਭਾਈ ਸਾਡੀ ਤਾਂ ਪਸੰਦ ਹੈ, ਤੁਸੀਂ ਬਣਾਏ ਨਹੀਂ ਹੈ, ਇਹਨਾਂ ਢਾਹ ਕੇ ਫਿਰ ਬਣਾਇਓ। ਚੌਥੇ ਦਿਨ ਰਾਮਾ ਜੀ ਨੇ ਥੜਾ ਹੀ ਨਹੀਂ ਬਣਾਇਆ, ਭਾਈ ਜੇਠਾ ਜੀ ਨੇ ਬਣਾ ਲਿਆ।
ਜਦੋਂ ਗੁਰੂ ਮਹਾਰਾਜ ਹਾਂ ਜੀ ਰਾਮਾ ਜੀ ਤੁਸੀਂ ਥੜਾ ਨਹੀਂ ਬਣਾਇਆ, ਕਹਿੰਦੇ ਬਾਪੂ ਜੀ ਗੱਲ ਇਹ ਹੈ ਵੀ ਤੁਸੀਂ ਹੋ ਗਏ 95 ਸਾਲਾਂ ਦੇ, ਤੁਸੀਂ ਹੋ ਗਏ ਬੁੜੇ, ਜਿਵੇਂ ਤੁਸੀਂ ਕਿਹਾ ਸੀ ਮੈਨੂੰ ਤਾਂ 3 ਦਿਨ ਹੋ ਕਿਸ ਤਰ੍ਹਾਂ ਥੜੇ ਬਣਾਉਂਦੇ ਹੋਏ, ਤੁਹਾਨੂੰ ਪਸੰਦ ਹੀ ਨਹੀਂ ਆਉਂਦੇ। ਮੈਂ ਕਿਹਾ ਫਿਰ ਕੀ ਫਾਇਦਾ ਬਣਾਉਣ ਦਾ, ਮੈਂ ਤਾਂ ਨਹੀਂ ਬਣਾਇਆ। ਹੋਰ ਵੀ ਸ਼ਬਦ ਕਹੇ ਜਿਹੜੇ ਠੀਕ ਨਹੀਂ ਹੈਗੇ ਵੀ ਤੁਹਾਡੇ ਜਿਹੜਾ ਹੈ ਫਰਕ ਪੈ ਗਿਆ ਦਿਮਾਗ ਬੁਢਾਪਾ ਹੋਣ ਕਰਕੇ, ਮੈਂ ਤਾਂ ਨਹੀਂ ਬਣਾਇਆ। ਜੇਠਾ ਜੀ ਤੁਹਾਡਾ ਸਾਡਾ ਠੀਕ ਨਹੀਂ ਹੈ, ਢਾਹ ਕੇ ਫਿਰ ਬਣਾਓ। ਚੌਥੇ ਦਿਨ ਢਾਹ ਦੇ, 5ਵੇਂ ਦਿਨ ਫਿਰ ਢਵਾਤਾ, 6ਵੇਂ ਦਿਨ ਫਿਰ ਢਵਾਤਾ, 7ਵੇਂ ਦਿਨ ਜਦੋਂ ਢਾਉਣ ਦਾ ਹੁਕਮ ਦਿੱਤਾ ਨਾ, ਭਾਈ ਜੇਠਾ ਜੀ ਨੇ ਚਰਨ ਫੜ ਲਏ। ਕਹਿੰਦੇ ਮਹਾਰਾਜ ਜੀ ਤੁਹਾਨੂੰ ਹਰ ਰੋਜ਼ ਤਕਲੀਫ ਹੁੰਦੀ ਹੈ, ਮੇਰੀ ਮੱਤ ਥੋੜ੍ਹੀ ਹੈ, ਕਿਰਪਾ ਕਰੋ ਮੈਨੂੰ ਸਮੱਤ ਬਖਸ਼ੋ, ਮੈਂ ਤੁਹਾਡੀ ਪਸੰਦ ਅਨੁਸਾਰ ਥੜੇ ਬਣਾ ਸਕਾਂ। ਥੜਾ ਤਾਂ ਨਹੀਂ ਸੀ ਬਣਾਉਣਾ, ਇਹ ਤਾਂ ਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹ ਤਾਂ ਖੱਤਰੀ ਨੇ, ਇਹ ਮਿਸਤਰੀ ਨਹੀਂ ਹੈਗੇ। ਇਹ ਕਿਹੜਾ ਜਿਹੜਾ ਹੈ ਵੀ ਇੱਟਾਂ ਚਿਣਨ ਵਾਲੇ ਬੰਦੇ ਨੇ, ਇਹ ਤਾਂ ਖੱਤਰੀ ਨੇ। ਉਹਨਾਂ 'ਤੇ ਦੇਖਣਾ ਹੁਕਮ ਕੌਣ ਮੰਨਦਾ ਹੈ, ਹੋਰ ਕੋਈ ਗੱਲ ਨਹੀਂ ਸੀ। ਗੱਲ ਤਾਂ ਸੀ ਵੀ ਹੁਕਮ ਕੌਣ ਮੰਨਦਾ ਹੈ। ਤਾਂ ਹੁਣ ਫਿਰ ਤੁਹਾਨੂੰ ਪਤਾ ਵੀ ਕਿਹਨੂੰ ਗੁਰਗੱਦੀ ਮਿਲੀ ਹੋਵੇਗੀ। ਅਤੇ ਬਾਬਾ ਬੁੱਢਾ ਜੀ ਨੂੰ ਫਿਰ ਸੱਦ ਲਿਆ ਗਿਆ, ਆਓ ਜੀ ਤਿਆਰੀ ਕਰੋ, ਅਤੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਿੱਤੀ ਅਤੇ ਉਹਨਾਂ ਦਾ ਨਾਮ ਰੱਖਤਾ ਰਾਮਦਾਸ, ਗੁਰੂ ਰਾਮਦਾਸ ਹੋ ਗਿਆ। ਜਿੰਨੀ ਵਡਿਆਈ ਭੱਟਾਂ ਨੇ ਸਵਈਆਂ ਦੇ ਵਿੱਚ ਚੌਥੇ ਪਾਤਸ਼ਾਹ ਦੀ ਕੀਤੀ ਹੈ, ਇਹਦੀ ਪੰਜਵੇਂ ਪਾਤਸ਼ਾਹ ਦੀ ਵੀ ਨਹੀਂ ਕੀਤੀ। ਬਹੁਤ ਜ਼ਿਆਦਾ ਸਵਈਏ ਜਿਹੜੇ ਨੇ ਵਡਿਆਈ ਦੇ ਵਿੱਚ ਭੱਟਾਂ ਨੇ ਚੌਥੇ ਪਾਤਸ਼ਾਹ ਪ੍ਰਤੀ ਲਿਖਿਆ। ਸੋ ਭਾਈ ਜੇਠਾ ਜਿਹੜਾ ਹੈ ਗੁਰੂ ਰਾਮਦਾਸ ਬਣ ਗਏ। ਫਿਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਦੇਖੋ ਸਾਡੇ ਦੋਨੋਂ ਪੁੱਤਰ ਤੁਹਾਨੂੰ ਈਰਖਾ ਕਰਨਗੇ ਅਤੇ ਤੁਸੀਂ ਅੰਮ੍ਰਿਤਸਰ ਚਲੇ ਜਾਓ, ਕਿਉਂਕਿ ਉਹਨਾਂ ਨੇ ਜਿਉਂਦੇ ਜੀ ਹੀ ਜਿਹੜਾ ਹੈ ਅੰਮ੍ਰਿਤਸਰ ਦੀ ਨੀਂਹ ਰਖਾਤੀ ਸੀ, ਅਤੇ ਤੁਸੀਂ ਵੀ ਉੱਥੇ ਚਲੇ ਜਾਓ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਵਸਿਆ ਹੋਇਆ ਹੈ, ਇੱਥੇ ਆਏ ਸਨ, ਇੱਕ ਦਰਖਤ ਹੇਠਾਂ ਬੈਠੇ ਸਨ, ਜਾਂਦੇ ਹੋਏ ਆਪਣੇ ਸੇਵਕ ਹਾਂ ਭਾਈ ਮਰਦਾਨਾ ਜੀ, ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਾ ਜੀ ਇੱਥੇ ਬਹੁਤ ਵੱਡਾ ਸ਼ਹਿਰ ਵਸੇਗਾ। ਉਹ ਕਹਿੰਦੇ ਮਹਾਰਾਜ ਜੀ ਕੌਣ ਵਸਾਏਗਾ? ਕਹਿੰਦੇ ਸਾਡਾ ਹੀ ਸਿੱਖ ਵਸਾਏਗਾ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਦੇਖਿਆ ਵੀ ਉਹ ਸਮਾਂ ਆ ਗਿਆ ਹੈ ਇਹਨੂੰ ਵਸਾਉਣ ਦਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਨਾਲ ਲਿਆ, ਜਿੱਥੇ ਗੁਰੂਆਂ ਦੀ ਰਿਹਾਇਸ਼ ਹੈ, ਗੁਰੂ ਕੇ ਮਹਿਲ ਜਿੱਥੇ ਲਿਖਿਆ ਨਾ ਆਪ ਜਾਂਦੇ ਹੁੰਦੇ, ਉੱਥੇ ਫਿਰ ਜਿਹੜਾ ਉਹਨਾਂ ਕਿਹਾ ਵੀ ਇੱਥੋਂ ਨਗਰ ਵਸਾਉਣਾ ਸ਼ੁਰੂ ਕੀਤਾ ਕਰੋ। ਇਸ ਲਈ ਤੀਸਰੇ ਪਾਤਸ਼ਾਹ ਨੇ ਉਹ ਸਾਰੇ ਚੌਥੇ ਭਾਈ ਜੇਠਾ ਜੀ ਨੇ ਉਹ ਨਗਰ ਵਸਾਉਣਾ ਸ਼ੁਰੂ ਕਰਤਾ ਤੀਸਰੇ ਪਾਤਸ਼ਾਹ ਦੇ ਹੁਕਮ ਨਾਲ। ਫਿਰ ਜਦੋਂ ਕਾਫੀ ਨਗਰ ਵਸ ਗਏ ਨੇ ਚਿਰ ਨੂੰ, ਫਿਰ ਜਿਹੜਾ ਹੈ ਜਦੋਂ ਗੁਰਗੱਦੀ ਮਿਲੀ ਹੈ ਤਾਂ ਤੀਸਰੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਨਾ ਅੰਮ੍ਰਿਤਸਰ ਚਲੇ ਜਾਓ, ਇੱਥੇ ਮੇਰੇ ਬੱਚੇ ਜੇ ਤੁਹਾਨੂੰ ਈਰਖਾ ਕਰਨਗੇ ਤੁਸੀਂ ਉੱਥੇ ਚਲੇ ਜਾਓ। ਅਤੇ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਉੱਥੇ ਆ ਗਏ ਸਨ ਅੰਮ੍ਰਿਤਸਰ, ਗੁਰਗੱਦੀ 'ਤੇ ਜਦੋਂ ਬਿਰਾਜਮਾਨ ਹੋ ਗਏ। ਇਸ ਤਰ੍ਹਾਂ 1574 ਈਸਵੀ ਦੇ ਵਿੱਚ ਆਪ ਜੀ 95 ਸਾਲ ਦੇ ਸਨ ਗੁਰੂ ਅਮਰਦਾਸ ਜੀ ਮਹਾਰਾਜ, ਜਦੋਂ ਭਾਈ ਜੇਠਾ ਜੀ ਨੂੰ ਗੁਰਗੱਦੀ ਦੇ ਕੇ ਆਪ ਜੀ ਜੋਤੀ ਜੋਤ ਸਮਾ ਗਏ। ਸੋ ਇਹ ਸੰਖੇਪ ਰੂਪ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਵਿਚਾਰ ਹੋਈ ਹੈ। ਮੈਂ ਦੇਖਿਆ ਗੁਰੂ ਨਾਨਕ ਦੇਵ ਜੀ ਤਾਂ ਧੁਰੋਂ ਆਏ, ਠੀਕ ਹੈ, ਉਹ ਤਾਂ ਧੁਰੋਂ ਆਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਾਂ ਸਾਡੇ ਵਾਂਗੂ ਰਹਿ ਕੇ ਇੰਨੀ ਸੇਵਾ ਸਿਮਰਨ ਕੀਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਿ 7 ਸਾਲਾਂ 'ਚ ਪ੍ਰਾਪਤੀ ਕਰ ਗਏ। ਤੀਸਰੇ ਪਾਤਸ਼ਾਹ ਵੀ ਸੇਵਾ ਸਿਮਰਨ ਕਰ ਕਰਕੇ ਹੀ ਗੁਰੂ ਬਣੇ। ਚੌਥੇ ਪਾਤਸ਼ਾਹ ਵੀ ਸੇਵਾ ਸਿਮਰਨ ਕਰਕੇ ਹੀ ਗੁਰੂ ਬਣੇ। ਇਸੇ ਤਰ੍ਹਾਂ ਚਲੋ ਪੰਚਮ ਪਾਤਸ਼ਾਹ ਵੀ ਧੁਰੋਂ ਆਏ,
ਛੇਵੇਂ ਵੀ ਧੁਰੋਂ ਆਏ, ਸੱਤਵੇਂ ਵੀ ਧੁਰੋਂ ਆਏ, ਅੱਠਵੇਂ ਵੀ ਧੁਰੋਂ ਆਏ, ਨੌਵੇਂ ਪਾਤਸ਼ਾਹ ਉਹਨਾਂ ਦੇ 26 ਸਾਲ 9 ਮਹੀਨੇ ਭਜਨ ਬੰਦਗੀ ਕਰਕੇ ਫਿਰ ਜਾ ਕੇ ਗੁਰਗੱਦੀ ਮਿਲੀ ਸੀ। 10ਵੇਂ ਪਾਤਸ਼ਾਹ ਵੀ ਧੁਰੋਂ ਆਏ, ਜਿਨ੍ਹਾਂ ਨੇ ਸੇਵਾ ਸਿਮਰਨ ਕਰ ਕਰਕੇ ਇੱਥੋਂ ਤੱਕ ਪਹੁੰਚੇ, ਉਹਨਾਂ ਦੇ ਜੀਵਨ ਅਤੇ ਭਗਤਾਂ ਦੇ ਜੀਵਨ, ਇਹਨਾਂ ਦੇ ਜੀਵਨ ਪੜ੍ਹ ਕੇ ਬੜੀ ਵੱਡੀ ਪ੍ਰੇਰਨਾ ਮਿਲਦੀ ਹੈ ਵੀ ਦੇਖੋ ਕਿਸ ਹਾਲਾਤ ਦੇ ਵਿੱਚ ਸਨੇ ਲੋਕ ਹੈ, ਕਿੰਨੀ ਇਹਨਾਂ ਨੇ ਭਜਨ ਬੰਦਗੀ ਕੀਤੀ, ਕਿੰਨੀ ਸੇਵਾ ਕੀਤੀ। ਚਲੋ ਗੁਰੂਆਂ ਨੇ ਤਾਂ ਮੈਂ ਦੇਖਿਆ ਇਹਨਾਂ ਤਿੰਨਾਂ ਚਾਰਾਂ ਨੇ ਸੇਵਾ ਕੀਤੀ ਹੈ ਜੀ, ਭਗਤਾਂ ਨੇ ਸੇਵਾ ਕੀਤੀ। ਉਹ ਤਾਂ ਗੁਰੂ ਤੋਂ ਵਿਚਾਰੇ ਇੱਕ ਵਾਰੀ ਗੁਰਮੰਤਰ ਮਿਲ ਗਿਆ, ਮੁੜ ਕੇ ਉਹ ਤਾਂ ਮਿਲੇ ਹੀ ਨਹੀਂ ਉਹਨਾਂ ਨੂੰ। ਉਹ ਭਗਤੀ ਕਰ ਕਰਕੇ ਇੱਕ ਪ੍ਰਾਪਤੀ ਕਰ ਗਏ। ਇਕੱਲੀ ਸੇਵਾ ਨਾਲ ਵੀ ਤੁਸੀਂ ਪਰਮਾਤਮਾ ਪ੍ਰਾਪਤ ਕਰ ਸਕਦੇ ਹੋ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਸੇਵਾ ਕਰਨੀ, ਕੋਈ ਇੱਛਾ ਰੱਖ ਕੇ ਸੇਵਾ ਨਹੀਂ ਕਰਨੀ, ਇਕੱਲੀ ਸੇਵਾ ਕਰਕੇ ਵੀ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਇਕੱਲਾ ਸਿਮਰਨ ਕਰਕੇ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ, ਇਕੱਲੀ ਬਾਣੀ ਪੜ੍ਹ ਕੇ ਵੀ ਤੁਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹੋ। ਸਿਰਫ ਇੰਨਾ ਹੈ, ਉਹ ਦੇਸ਼ ਪਰਮਾਤਮਾ ਦੀ ਪ੍ਰਾਪਤੀ ਹੋਣੀ ਚਾਹੀਦੀ, ਸੰਸਾਰ ਦਾ ਕੋਈ ਦੇਸ਼ ਨਹੀਂ ਹੋਣਾ ਚਾਹੀਦਾ। ਭਜਨ ਬੰਦਗੀ ਕਰਨੀ ਚਾਹੇ ਤੁਹਾਡੀ ਮਰਜ਼ੀ, ਬਾਣੀ ਪੜ੍ਹੀ ਜਾਓ ਉਹਦੇ ਨਾਲ ਵੀ ਰੱਬ ਮਿਲ ਜਾਏਗਾ, ਸਿਮਰਨ ਕਰੀ ਜਾਓ ਉਹਦੇ ਨਾਲ ਵੀ ਰੱਬ ਮਿਲ ਜਾਏਗਾ, ਸੇਵਾ ਕਰੀ ਜਾਓ ਉਹਦੇ ਨਾਲ ਵੀ ਰੱਬ ਮਿਲ ਜਾਏਗਾ। ਮੰਗ ਇੱਕੋ ਹੀ ਚਾਹੀਦੀ ਹੈ ਕਿ ਮੈਨੂੰ ਪਰਮਾਤਮਾ ਮਿਲੇ। ਸੰਸਾਰ ਦੀ ਕੋਈ ਚੀਜ਼ ਨਹੀਂ ਮੰਗਣੀ, ਅਤੇ ਫਿਰ ਇਹ ਇੱਕ ਚੀਜ਼ ਨਾਲ ਵੀ ਰੱਬ ਮਿਲ ਸਕਦਾ ਹੈ। ਇਹ ਤੋਂ ਸਾਨੂੰ ਬੜੀ ਵੱਡੀ ਪ੍ਰੇਰਨਾ ਮਿਲਦੀ ਹੈ, ਸਾਧਨ ਢੰਗ ਤਰੀਕੇ ਮਿਲਦੇ ਹਨ ਕਿ ਇਹ ਵੀ ਸਾਡੇ ਵਰਗੇ ਹੀ ਸਨ। ਬਸ ਦਾਤੇ ਦੀ ਕਿਰਪਾ ਇਹਨਾਂ ਨੂੰ ਹੋ ਗਈ, ਇਹਨਾਂ ਨੂੰ ਗੁਰੂ ਮਹਾਰਾਜ ਦੀ ਸੰਗਤ ਪ੍ਰਾਪਤ ਹੋ ਗਈ, ਸੇਵਾ ਸਿਮਰਨ ਕਰ ਕਰਕੇ ਆਪ ਐਡੀ ਉੱਚੀ ਮੰਜ਼ਿਲ 'ਤੇ ਪਹੁੰਚ ਗਏ। ਸੋ ਸਤਿਕਾਰਯੋਗ ਸਾਧ ਸਿੰਘ, ਕੱਲ੍ਹ ਨੂੰ ਇਹਨਾਂ ਦੀ ਬਾਣੀ 'ਤੇ ਆਪਾਂ ਵਿਚਾਰ ਕਰਾਂਗੇ। ਗੁਰੂ ਅਮਰਦਾਸ ਬਾਣੀ ਰਾਹੀਂ ਸਾਨੂੰ ਕੀ ਸਿੱਖਿਆ ਦਿੰਦੇ ਨੇ, ਕੱਲ੍ਹ ਨੂੰ ਇਸ 'ਤੇ ਵਿਚਾਰ ਹੋਏਗੀ। ਅੱਜ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।